ਇਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭੈ ਸੁਖ ਸੈਲ। ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਾਗੋ ਰੰਗ। ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ। ਰਾਜਨ ਰਾਜ ਪਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦੇ ਵਿੱਚ ਬੈਠ ਕੇ ਹਰੀ ਜਸ ਕੀਰਤਨ ਦਾ ਰਸ ਗੁਰੂ ਪਾਤਸ਼ਾਹ ਦੀ ਮਿੱਠੀ ਅਤੇ ਨਿੱਘੀ ਗੋਦ ਦਾ ਨਿੱਘ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਹੁਣੇ ਹੀ ਆਪ ਜੀ ਸੰਤ ਗਗਨਦੀਪ ਸਿੰਘ ਜੀ ਦੇ ਕੋਲੋਂ ਸ਼੍ਰੀ ਹਰਿਕ੍ਰਿਸ਼ਨ ਤੇ ਆਈ ਹੈ ਜਿਸ ਡਿਠੇ ਸਭ ਦੁਖ ਜਾਏ। ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਜੋ ਇਹ ਬਚਨ ਹਨ ਅਤੇ ਨਾਲ ਦੀ ਨਾਲ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਸਰਵਣ ਕਰ ਰਹੇ ਸੀ। ਅਤੇ ਜੋ ਘਟਨਾ ਉਹਨਾਂ ਦੇ ਪਰਿਵਾਰ ਵਿੱਚ ਵਰਤੀ ਜਿਸ ਦੇ ਉਹ ਆਪ ਸਾਕਸ਼ੀ ਸਨ ਉਹ ਆਪ ਜੀ ਨੂੰ ਸਰਵਣ ਕਰਾਈ। ਮੇਰੇ ਕਲਗੀਧਰ ਸੱਚੇ ਪਾਤਸ਼ਾਹ ਨੇ ਵੈਸੇ ਹੀ ਨਹੀਂ ਕਹਿ ਦਿੱਤਾ ਕਿ ਜਿਹੜਾ ਵੀ ਸ਼ਰਧਾ ਭਾਵਨਾ ਪ੍ਰੇਮ ਦੇ ਨਾਲ 8ਵੇਂ ਪਾਤਸ਼ਾਹ ਜੀ ਦੇ ਚਰਨਾਂ ਦਾ ਆਸਰਾ ਤੱਕ ਲੈਂਦਾ ਹੈ 8ਵੇਂ ਪਾਤਸ਼ਾਹ ਉਸ ਦੇ ਉੱਪਰ ਕਿਰਪਾ ਕਰਦੇ ਹਨ। ਸਭ ਤੋਂ ਵੱਡੀ ਉਦਾਹਰਨ ਆਪਣੇ ਸਾਹਮਣੇ ਜਦੋਂ ਪਰਮ ਪੂਜਯ ਬਾਬਾ ਜੀ ਦੀ ਆਵਾਜ਼ ਚਲੀ ਗਈ ਸੀ ਤੇ ਜੇਕਰ ਕੋਈ ਸਾਧਨ ਜੁਟਾਇਆ ਤੇ ਬਾਬਾ ਜੀ ਨੇ ਸਿਰਫ ਤੇ ਸਿਰਫ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਹ ਪਾਵਨ ਪਵਿੱਤਰ ਅਸਥਾਨ ਪੰਜੋਖਰਾ ਸਾਹਿਬ ਵਿਖੇ ਹਰ ਹਫ਼ਤੇ ਅਖੰਡ ਪਾਠ ਸਾਹਿਬ ਕਰਾਣੇ ਸ਼ੁਰੂ ਕੀਤੇ ਅਤੇ ਉਤਨੀ ਦੇਰ ਅਖੰਡ ਪਾਠ ਸਾਹਿਬ ਚੱਲਦੇ ਹੀ ਰਹੇ। ਹਰ ਹਫ਼ਤੇ ਹਰ ਮਹੀਨੇ ਕਰਾਉਂਦੇ ਹੀ ਰਹੇ ਜਿਤਨੀ ਦੇਰ ਤੱਕ ਬਾਲਾ ਪ੍ਰੀਤਮ ਨੇ ਕਿਰਪਾ ਨਹੀਂ ਕਰ ਦਿੱਤੀ। ਇਹ ਇੱਕ ਕਿੱਤਾ ਹੈ ਆਪਣਾ, ਇੱਕ ਆਪਣਾ ਵਿਸ਼ਵਾਸ ਹੈ ਕਿ ਗੁਰੂ ਇੱਕ ਨਾ ਇੱਕ ਦਿਨ ਕਿਰਪਾ ਕਰੇਗਾ। ਖੈਰ ਆਪ ਜੀ ਨੇ ਇਹ ਸਰਵਣ ਕੀਤਾ। 10 ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ। ਮੁਕਤ ਨੂੰ ਲੈ ਕੇ 10 ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰੇਗਾ। ਵਿਚਾਰ ਦੀ ਪ੍ਰਾਰੰਭਤਾ 10 ਕਰੇ ਉਸ ਤੋਂ ਪਹਿਲਾਂ ਕਲਗੀਧਰ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਫਤਿਹ ਸਾਰੇ ਹੀ ਪਿਆਰ ਸਤਿਕਾਰ ਨਿਮਰਤਾ ਦੇ ਨਾਲ ਗੱਜ ਵੱਜ ਕੇ ਬੁਲੰਦ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗੀ ਜਨੋ, ਸਹੀ ਮਾਇਨਿਆਂ ਦੇ ਵਿੱਚ ਮਨੁੱਖਾ ਜੀਵਨ ਮਿਲਿਆ ਤਾਂ ਕਿ ਅਸੀਂ ਮੁਕਤੀ ਪ੍ਰਾਪਤ ਕਰ ਲਈਏ ਅਤੇ ਮੁਕਤੀ ਉਤਨੀ ਦੇਰ ਪ੍ਰਾਪਤ ਨਹੀਂ ਹੋਵੇਗੀ ਜਿਤਨੀ ਦੇਰ ਤੱਕ ਆਪਾਂ ਆਪਣੇ ਮਨ ਦਾ ਅਧਿਐਨ ਨਹੀਂ ਕਰਾਂਗੇ।
ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਆਸਾ ਰਾਗ ਦੇ ਵਿੱਚ ਇੱਕ ਬਚਨ ਹਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਮੂਲ ਪਛਾਣੇ ਤਾਂ ਸੋ ਜਾਣੇ, ਮਰਨ ਜੀਵਨ ਕੀ ਸੋਝੀ ਹੋਈ, ਗੁਰ ਪ੍ਰਸਾਦੀ ਏਕੋ ਜਾਣੇ, ਤਾਂ ਦੂਜਾ ਭਾਉ ਨਾ ਹੋਈ, ਮਨ ਸ਼ਬਦ ਆਈ ਵਜੀ ਵਧਾਈ, ਤਾਂ ਹੋਆ ਪ੍ਰਵਾਨ, ਉਹ ਕਹੇ ਨਾਨਕ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦੇ ਵਿੱਚ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ, ਕਹਿੰਦੇ ਇਹ ਇਨਸਾਨ ਤੂੰ ਪਰਮਾਤਮਾ ਦੀ ਅੰਸ਼ ਹੈ, ਇਸ ਗੱਲ ਦੀ ਪਹਿਚਾਨ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਕਹਿੰਦੇ ਆਪਣੇ ਮੂਲ ਨੂੰ ਪਛਾਣ। 10 ਇੱਕ ਬੇਨਤੀ ਕਰੇ, ਦਰਖਤ ਦਾ ਮੂਲ ਬੀਜ ਹੈ, ਫਲ ਦਾ ਵੀ ਮੁੱਲ ਜਿਹੜਾ ਮੂਲ ਹੈ ਉਹ ਵੀ ਬੀਜ ਹੈ, ਪੱਤਿਆਂ ਦਾ ਮੂਲ ਵੀ ਜਿਹੜਾ, ਟਾਹਣੀਆਂ ਦਾ ਮੂਲ ਜਿਹੜਾ ਉਹ ਬੀਜ ਹੈ। ਮੇਰੇ ਗੁਰੂ ਪਾਤਸ਼ਾਹ ਕਹਿੰਦੇ ਤੂੰ ਉਸ ਪਰਮਾਤਮਾ ਦੀ ਅੰਸ਼ ਹੈ, ਉਸ ਪਰਮਾਤਮਾ ਦੀ ਹੋਂਦ ਦੇ ਵਿੱਚੋਂ ਆਇਆ ਹੈ, ਅਤੇ ਮਨੁੱਖਾ ਜੀਵਨ ਤੈਨੂੰ ਇਸ ਵਾਸਤੇ ਮਿਲਿਆ ਕਿ ਤੇਰੀ ਹੋਂਦ ਇੱਕ ਦਿਨ ਉਹਦੇ ਵਿੱਚ ਹੀ ਸਮਾ ਜਾਵੇ। ਪਰਿਪੂਰਨ ਪਰਮਾਤਮਾ ਨੇ ਮਨੁੱਖ ਦੀ ਬਣਤਰ ਬਹੁਤ ਵੱਡੀ ਸਿਆਣਪ, ਦੂਰ ਦ੍ਰਿਸ਼ਟੀ ਤੇ ਮਹਾਨ ਬਖਸ਼ਿਸ਼ ਤੋਂ ਕੰਮ ਲਿਆ ਹੈ। ਦੁਨੀਆ ਦੇ तमाम ਰਹਿਬਰੀ ਪੁਰਸ਼ ਇਸ ਗੱਲ ਨਾਲ ਸਹਿਮਤ ਹਨ, ਇਸ ਗੱਲ ਦੀ ਪ੍ਰੋੜਤਾ ਕਰਦੇ ਹਨ ਕਿ ਇਹ ਮਨੁੱਖ ਅਸ਼ਰਫੁਲ ਮਖਲੂਕਾਤ ਹੈ, ਮਖਲੂਕ ਦਾ ਸਿਰਮੌਰ ਹੈ, ਜੀਵ ਸ਼੍ਰੇਣੀ ਦਾ ਸਰਦਾਰ ਹੈ, 84 ਲੱਖ ਜੂਨ ਦਾ ਇਹ ਰਾਜਾ ਹੈ, 84 ਲੱਖ ਜੂਨ ਦਾ ਰਾਜਾ ਹੈ, ਅਸ਼ਰਫੁਲ ਮਖਲੂਕਾਤ ਹੈ। ਆਖਰਕਾਰ ਕਿਹਨਾਂ ਕਾਰਨਾਂ ਕਰਕੇ, ਕਿਹੜੀਆਂ ਖੂਬੀਆਂ ਕਰਕੇ ਇਹ ਪੰਕਤੀਆਂ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਆਪਣੇ ਅੰਦਰ ਇੱਕ ਸਵੈ ਮਾਣ ਵੀ ਕਰਦੇ ਹਾਂ ਕਿ ਅਸੀਂ 84 ਲੱਖ ਜੂਨ ਦੇ ਰਾਜਾਂ ਦੀ ਜੋ ਜੂਨ ਹੈ ਉਸ ਜੂਨ ਦੇ ਵਿੱਚ ਅਸੀਂ ਮੌਜੂਦ ਹਾਂ। ਕਦੀ ਸੋਚਿਆ ਕਿਹਨਾਂ ਕਾਰਨਾਂ ਕਰਕੇ? ਧਨ ਦੇ ਤਲ ਤੇ ਲਈਏ ਤਾਂ ਇਹ ਇਨਸਾਨ ਪਸ਼ੂਆਂ ਤੇ ਪੰਛੀਆਂ ਤੋਂ ਬਹੁਤ ਪਿੱਛੇ ਹੈ। ਪਰਮਾਤਮਾ ਨੇ ਜਿਤਨੀ ਸੁੰਦਰਤਾ ਮੋਰ ਨੂੰ ਦਿੱਤੀ ਹੈ, ਮਨੁੱਖ ਦੇ ਨਸੀਬਾਂ ਦੇ ਵਿੱਚ ਉਤਨੀ ਸੁੰਦਰਤਾ ਨਹੀਂ ਹੈ। ਅਸਮਾਨ ਵਿੱਚ ਜਿੰਨੀਆਂ ਉੱਚੀਆਂ ਉਡਾਰੀਆਂ ਪੰਛੀ ਮਾਰ ਜਾਂਦੇ ਹਨ, ਇਨਸਾਨ ਉਨੀ ਉੱਚੀ ਉਡਾਰੀ ਵੀ ਨਹੀਂ ਮਾਰ ਸਕਦਾ। ਪਾਣੀ ਦੇ ਅੰਦਰ ਜਿਹੜੇ ਪਾਣੀ ਵਿੱਚ ਰਹਿਣ ਵਾਲੇ ਜੀਵ ਹਨ, ਜਿਤਨੀ ਆਜ਼ਾਦੀ ਦੇ ਨਾਲ ਉਹ ਪਾਣੀ ਦੇ ਵਿੱਚ ਤੈਰ ਲੈਂਦੇ ਹਨ, ਵਿਚਰਦੇ ਹਨ, ਮਨੁੱਖ ਦੇ ਨਸੀਬਾਂ ਵਿੱਚ ਉਹ ਵੀ ਨਹੀਂ ਹੈ। ਜੇਕਰ ਤਾਕਤ ਦੇ ਵਿੱਚ ਲਈਏ, ਜਿਤਨੀ ਤਾਕਤ ਹਾਥੀ ਦੇ ਕੋਲ ਹੈ, ਜਿਤਨਾ ਵੱਡਾ ਆਕਾਰ ਹਾਥੀ ਦਾ, ਮਨੁੱਖ ਦੇ ਨਸੀਬਾਂ ਵਿੱਚ ਉਹ ਵੀ ਨਹੀਂ ਹੈ। ਸਟੈਮਿਨੇ ਦੇ ਵਿੱਚ ਲੈ ਲਵੋ, ਜਿਤਨਾ ਸਟੈਮਿਨਾ ਸ਼ੇਰ ਦੇ ਕੋਲ ਹੈ, ਮਨੁੱਖ ਦੇ ਕੋਲ ਉਹ ਵੀ ਨਹੀਂ ਹੈ। ਜਿਤਨੀ ਲੰਬੀ ਦੌੜ, ਜਿਤਨੀ ਲੰਬੀ ਛਾਲ ਮਿਰਗ ਮਾਰ ਜਾਂਦਾ ਹੈ, ਹਿਰਨ ਮਾਰ ਜਾਂਦਾ ਹੈ, ਮਨੁੱਖ ਦੇ ਨਸੀਬਾਂ ਦੇ ਵਿੱਚ ਉਹ ਵੀ ਨਹੀਂ ਹੈ। ਪਰ ਫਿਰ ਵੀ ਇਹ ਅਸ਼ਰਫੁਲ ਮਖਲੂਕਾਤ ਹੈ, ਜੀਵ ਸ਼੍ਰੇਣੀ ਦਾ ਸਰਦਾਰ ਹੈ। ਆਖਰਕਾਰ ਕਿਹਨਾਂ ਕਾਰਨਾਂ ਕਰਕੇ? ਦਾਸ ਬੇਨਤੀ ਕਰੇ, ਇਹ ਇਸ ਕਰਕੇ 84 ਲੱਖ ਜੂਨ ਦਾ ਰਾਜਾ ਹੈ ਕਿਉਂਕਿ ਪਰਮਾਤਮਾ ਨੇ ਇਸ ਦੇ ਉੱਪਰ ਇੱਕ ਵੱਖਰੀ ਕਿਰਪਾ ਕੀਤੀ ਹੈ ਕਿ ਇਸ ਨੂੰ ਮਨ ਦੀ ਦਾਤ ਦਿੱਤੀ ਹੋਈ ਹੈ। ਪਸ਼ੂਆਂ ਤੇ ਪੰਛੀਆਂ ਦੇ ਕੋਲ ਮਨ ਦੀ ਦਾਤ ਨਹੀਂ ਹੈ, ਇਸੇ ਕਰਕੇ ਇਸ ਜਾਨਦਾਰ ਨੂੰ ਮਨੁੱਖ ਕਿਹਾ ਜਾਂਦਾ ਹੈ। ਮਨੁੱਖ ਦੇ ਅਰਥ ਪਤਾ ਕੀ ਹਨ? ਜਿਸ ਦੇ ਕੋਲ ਮਨ ਹੈ। ਮਨੁੱਖ ਦੇ ਅਰਥ ਹਨ ਜਿਹੜਾ ਮਨ ਦਾ ਮਾਲਿਕ ਹੈ। ਮਨੁੱਖ ਦੇ ਅਰਥ ਹਨ ਜਿਹੜਾ ਮਨ ਨੂੰ ਆਪਣੀ ਮਰਜ਼ੀ ਦੇ ਮੁਤਾਬਕ ਚਲਾ ਸਕਦਾ ਹੈ, ਉਹ ਮਨੁੱਖ ਹੈ। ਤੇ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਹਨ, ਕਹਿੰਦੇ ਬੰਦਿਆ ਮਨੁੱਖਾ ਜੀਵਨ ਤਾਂ ਤੈਨੂੰ ਮਿਲ ਗਿਆ, ਪਰ ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਇਹ ਬਾਰ-ਬਾਰ ਤੈਨੂੰ ਨਹੀਂ ਮਿਲੇਗਾ। ਤੇ ਕਹਿੰਦੇ ਕੁਛ ਨਾ ਕੁਛ ਉਪਰਾਲਾ ਮੁਕਤੀ ਦਾ ਕਰ ਲਾ। ਮੇਰੇ ਗੁਰੂ ਪਾਤਸ਼ਾਹ ਦੇ ਬਚਨ ਹਨ, ਮਾਨੁਸ ਤੇ ਬੋਹਰ ਨਾ ਪਾਵੇ। ਕਹਿੰਦੇ ਬਾਰ-ਬਾਰ ਤੈਨੂੰ ਮਨੁੱਖਾ ਜੀਵਨ ਨਹੀਂ ਮਿਲੇਗਾ। ਮਾਨੁਸ ਤੇ ਬੋਹਰ ਨਾ ਪਾਵੇ, ਕਛੂ ਉਪਾਉ ਮੁਕਤ ਕਾ ਕਰ ਰੇ। ਕਹਿੰਦੇ ਬੰਦਿਆ ਕੋਈ ਨਾ ਕੋਈ ਉਪਰਾਲਾ ਮੁਕਤੀ ਦਾ ਕਰ ਲੈ। ਹੁਣ ਦਾਸ ਬੇਨਤੀ ਕਰੇ ਕਿ ਜਿਹੜੇ ਇਨਸਾਨਾਂ ਨੇ ਮੁਕਤੀ ਦੇ ਮਾਰਗ ਤੇ ਚੱਲਣਾ, ਥੋੜੇ ਆਪਣੀ ਮਨ ਦੀ ਬਿਰਤੀ ਇਕਾਗਰ ਕਰਕੇ ਰੱਖਣਾ, ਤਾਂ ਇਹ ਗੱਲਾਂ ਤੁਹਾਡੇ ਜ਼ਿਹਨ ਦੇ ਵਿੱਚ ਉਤਰ ਸਕਣਗੀਆਂ। ਦਾਸ ਬੇਨਤੀ ਕਰਦਾ, ਜਿਹੜੇ ਇਨਸਾਨ ਨੇ ਮੁਕਤੀ ਦੇ ਮਾਰਗ ਤੇ ਚੱਲਣਾ ਹੈ, ਉਸ ਦੇ ਵਾਸਤੇ ਸਭ ਤੋਂ ਪਹਿਲੀ ਇੱਕ ਕੰਡੀਸ਼ਨ ਹੈ, ਇੱਕ ਸ਼ਰਤ ਹੈ ਕਿ ਉਹਨੂੰ ਆਪਣੇ ਤਨ ਦੇ ਵਿੱਚ ਮਨ ਦੇਖਣਾ ਪਵੇਗਾ। ਮੈਂ ਦੁਬਾਰਾ ਬੇਨਤੀ ਕਰਦਾ, ਮੈਂ ਜਿਹੜੇ ਇਨਸਾਨ ਨੇ ਮੁਕਤੀ ਦੇ ਮਾਰਗ ਤੇ ਚੱਲਣਾ ਹੈ,
ਉਸ ਨੂੰ ਸਭ ਤੋਂ ਪਹਿਲਾਂ ਸ਼ਰਤ ਇਹ ਆਪਣੇ ਤੇ ਲਾਗੂ ਕਰਨੀ ਪਵੇਗੀ ਕਿ ਆਪਣੇ ਤਨ ਦੇ ਵਿੱਚ ਮਨ ਦੇਖਣਾ ਪਵੇਗਾ। ਤੇ ਹੁਣ ਮੈਂ ਅਗਲੀ ਬੇਨਤੀ ਕਰਾਂ, ਤਨ ਦੇ ਵਿੱਚ ਮਨ ਦੇਖਣਾ ਬੜੀ ਔਖੀ ਗੱਲ ਹੈ। ਕੋਈ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਆਪਣੇ ਤਨ ਦੇ ਵਿੱਚ ਮਨ ਦੇਖਿਆ। ਮੇਰੇ ਗੁਰੂ ਪਾਤਸ਼ਾਹ ਦੇ ਬਚਨ ਹਨ, ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਹੋ ਮੈਂ ਬਹੁ ਸੁਖ ਹੈ ਸਿੱਧ ਸਾਧਿਕ ਮੋਨਤਾਰੀ ਰਹੇ ਲਿਵ ਲਾਏ। ਕਹਿੰਦੇ ਤਿੰਨ ਵੀ ਤਨ ਮੈਂ ਮਨ ਨਾ ਦਿਖਾਵਣੇ। ਕਹਿੰਦੇ ਵੱਡੇ ਵੱਡੇ ਸਿੱਧਾਂ ਨੇ, ਵੱਡੇ ਵੱਡੇ ਜੋਗੀਆਂ ਨੇ, ਕਹਿੰਦੇ ਜਿਨ੍ਹਾਂ ਨੇ ਇਕਾਗਰਤਾ ਬਣਾਈ ਹੈ, ਕਹਿੰਦੇ ਉਹ ਵੀ ਆਪਣੇ ਤਨ ਦੇ ਵਿੱਚ ਮਨ ਨਹੀਂ ਦੇਖ ਸਕੇ। ਤੇ ਗੁਰੂ ਸਾਹਿਬ ਕਹਿੰਦੇ ਕੋਈ ਗੁਰਮੁਖ ਹੈ, ਕਹਿੰਦੇ ਇਸ ਤਨ ਮੈਂ ਮਨ ਕੋ ਗੁਰਮੁਖ ਦੇਖ ਕੇ। ਕਹਿੰਦੇ ਕੋਈ ਗੁਰਮੁਖ ਹੈ ਜਿਹੜਾ ਆਪਣੇ ਤਨ ਦੇ ਵਿੱਚ ਮਨ ਦੇਖਦਾ। ਹੁਣ ਮੈਂ ਬੇਨਤੀ ਕਰਾਂ, ਗੁਰਮੁਖ ਕਹਿ ਲੈਣਾ, ਗੁਰਮੁਖ ਗਵਾਹ ਲੈਣਾ ਬੜੀ ਸੌਖੀ ਜੀ ਗੱਲ ਹੈ, ਪਰ ਗੁਰਮੁਖ ਹੋ ਜਾਣਾ ਬੜੀ ਔਖੀ ਗੱਲ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਅੰਕਿਤ ਕੀਤਾ, ਉਹਦੇ ਵਿੱਚ ਉਹਨਾਂ ਨੇ ਗੁਰਮੁਖ ਦੀਆਂ ਨਿਸ਼ਾਨੀਆਂ ਦੱਸੀਆਂ। ਤੇ ਹਰ ਇਨਸਾਨ ਝਾਤ ਮਾਰ ਸਕਦਾ ਮੇਰੇ ਵਿੱਚ ਇਹ ਗੁਣ ਹਨ। ਜੇ ਗੁਣ ਹਨ ਤਾਂ ਮੈਂ ਬੇਨਤੀ ਕਰਾਂ ਉਹ ਗੁਰਮੁਖ ਹੈ। ਭਾਈ ਸਾਹਿਬ ਜੀ ਦੇ ਬਚਨ ਹਨ, ਕਹਿੰਦੇ ਹਉ ਤੇ ਸਕੋਲ ਕਮਾਇਆ। ਕਹਿੰਦੇ ਕੀ ਹੈ? ਕਹਿੰਦੇ ਗੁਰਮਤ ਹਿਰਦੈ ਗਰੀਬੀ ਆਵੇ ਹਉ ਤਿਸ ਘੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਹਉ ਤਿਸ ਘੋਲ ਕਮਾਇਆ ਪਰ ਦਰਬੇ ਨੂੰ ਹੱਥ ਨਾ ਲਾਵੇ। ਹਉ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਹਉ ਤਿਸ ਘੋਲ ਕਮਾਇਆ ਸਤਿਗੁਰ ਦਾ ਉਪਦੇਸ਼ ਕਮਾਵੇ। ਕਹਿੰਦੇ ਹਉ ਤਿਸ ਘੋਲ ਕਮਾਇਆ ਥੋੜਾ ਸਵੇ ਥੋੜਾ ਹੀ ਖਾਵੇ। ਕਹਿੰਦੇ ਗੁਰਮੁਖ ਸੋਈ ਸਹਿਜ ਸਮਾਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਕਹਿਣ ਦਾ ਮਤਲਬ ਇਹ ਕਿ ਜਿਹਦੇ ਵਿੱਚ ਆ ਗੁਣ। ਹੁਣ ਮੈਂ ਗੁਣਾਂ ਦਾ ਆਪ ਜੀ ਨੂੰ ਵਿਸਥਾਰ ਕਰਕੇ ਦੱਸਾਂ, ਪੰਕਤੀਆਂ ਬੜੀਆਂ ਆਸਾਨ ਸਨ, ਤੁਹਾਡੇ ਜ਼ਿਹਨ ਵਿੱਚ ਆ ਗਈਆਂ ਹੋਣਗੀਆਂ। ਭਾਈ ਸਾਹਿਬ ਜੀ ਦਾ ਕਹਿਣ ਦਾ ਮਤਲਬ ਕਿ ਜਿਹਦੇ ਅੰਦਰ ਆ ਗੁਣ ਆ ਗਏ ਨਾ, ਕਹਿੰਦੇ ਉਹ ਸਹਿਜ ਵਿੱਚ ਚਲਿਆ ਜਾਏਗਾ। ਤੇ ਕਹਿੰਦੇ ਜਿਹੜਾ ਸਹਿਜ ਵਿੱਚ ਚਲਿਆ ਜਾਏਗਾ, ਕਹਿੰਦੇ ਉਹੀ ਗੁਰਮੁਖ ਹੈ। ਹੁਣ ਮੈਂ ਬੇਨਤੀ ਕਰਾਂ, ਇੱਕ ਸਿੱਧੇ ਸਿੱਧੇ ਗੁਰੂ ਸਾਹਿਬ ਨੇ ਬਚਨ ਆਖੇ, ਕਹਿੰਦੇ ਗੁਰਮੁਖ ਕੌਣ ਹੈ? ਕਹਿੰਦੇ ਗੁਰਮੁਖ ਨਾਮਦਾਨ ਇਸ਼ਨਾਨ। ਕਹਿੰਦੇ ਗੁਰਮੁਖ ਉਹ ਜਿਹਦੇ ਕੋਲ ਨਾਮ ਵੀ ਹੈ, ਜਿਹਦੇ ਕੋਲ ਇਸ਼ਨਾਨ ਵੀ ਹੈ, ਜਿਹਦੇ ਕੋਲ ਦਾਨ ਵੀ ਹੈ। ਤੇ ਹੁਣ ਤਿੰਨ ਇਹ ਜਿਹੜੀਆਂ ਗੱਲਾਂ ਹਨ ਨਾ, ਆਪਾਂ ਬਾਰੀ ਤੌਰ ਤੇ ਤਕਰੀਬਨ ਕਰਦੇ ਹੀ ਆ, ਪਰ ਇਹ ਜਿਹੜਾ ਨਾਮਦਾਨ ਇਸ਼ਨਾਨ ਹੈ ਨਾ, ਇਹ ਨਹੀਂ ਹੈ ਸਤਸੰਗ ਨੂੰ ਗੁਰਮੁਖ ਦਾ ਨਾਮ। ਇਹ ਨਹੀਂ ਹੈ ਕਿ ਥੋੜੀ ਦੇਰ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰ ਲਿਆ, ਨਿਤਨੇਮ ਕਰ ਰਿਹਾ, ਇਹ ਵੀ ਵਾਹਿਗੁਰੂ ਜੋ ਹੈ ਸਤਸੰਗੀ ਜਨੋ, ਇਹੀ ਗੁਰਮੁਖ ਦਾ ਨਾਮ ਹੈ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਗੁਰਮੁਖ ਦਾ ਦਾਨ, 2 ਰੋਟੀਆਂ ਦਾਨ ਕਰ ਦਿੱਤੀਆਂ, ਥੋੜਾ ਪੈਸਾ ਕਿਸੇ ਨੂੰ ਦਾਨ ਕਰ ਦਿੱਤਾ, ਇਹੀ ਦਾਨ ਤੱਕ ਸੀਮਤ ਨਹੀਂ ਹੈ। ਇਹ ਗੁਰਮੁਖ ਤੱਕ ਅਵਸਥਾ ਤੱਕ ਪਹੁੰਚਿਆ ਹੋਇਆ ਦਾਨ ਨਹੀਂ ਹੈ। ਗੁਰਮੁਖ ਦਾ ਇਸ਼ਨਾਨ, ਸਵੇਰੇ ਉੱਠ ਕੇ ਪਿੰਡੇ ਪਾਣੀ ਪਾ ਲਿਆ ਤੇ ਗੁਰਮੁਖ ਦਾ ਇਸ਼ਨਾਨ, ਇਹ ਇਸ਼ਨਾਨ ਨਹੀਂ ਹੈ। ਮੈਂ ਇਹਨਾਂ ਗੱਲਾਂ ਦਾ ਖੰਡਨ ਨਹੀਂ ਕਰਦਾ, ਸ਼ੁਰੂ ਦੇ ਵਿੱਚ ਇਹ ਕਰਨੀਆਂ ਹੀ ਪੈਣਗੀਆਂ, ਤਾਂ ਹੀ ਆਪਾਂ ਅਗਲੀ ਅਵਸਥਾ ਤੱਕ ਜਾਵਾਂਗੇ। ਇਨਸਾਨ ਇਹ ਕਰੇ ਨਾ ਤਾਂ ਅੱਗੇ ਜਾ ਕਿਵੇਂ ਸਕਦਾ ਸਤਸੰਗ ਜੀ ਨੂੰ? ਪਹਿਲਾ ਕਦਮ ਤਾਂ ਪੁੱਟਣਾ ਹੀ ਪਵੇਗਾ ਨਾ। ਜੇਕਰ ਪਹਿਲਾ ਕਦਮ ਰਸਤੇ ਤੇ ਪੁੱਟਾਂਗੇ ਤਾਂ ਹੀ ਤੁਹਾਡਾ ਦੂਜੇ ਕਦਮ ਦੀ ਕੋਈ ਕੀਮਤ ਪਵੇਗੀ। ਜੇ ਪਹਿਲਾ ਕਦਮ ਹੀ ਨਹੀਂ ਪੁੱਟਿਆ ਤਾਂ ਦੂਜਾ ਕਦਮ ਕੀ ਮਹਾਨਤਾ ਰੱਖਦਾ ਹੈ? ਹੁਣ ਗੁਰਮੁਖ ਦਾ ਨਾਮਦਾਨ ਇਸ਼ਨਾਨ ਪਤਾ ਕੀ ਹੈ? ਗੁਰਮੁਖ ਦਾ ਨਾਮ ਕਿ ਸਿਰਫ ਤੇ ਸਿਰਫ ਪਰਮਾਤਮਾ ਦੇ ਨਾਮ ਦੇ ਉੱਪਰ ਭਰੋਸਾ, ਹੋਰ ਕੋਈ ਭਰੋਸਾ ਨਹੀਂ ਹੈ। ਬਸ ਗੁਰੂ ਦਾ ਭਰੋਸਾ ਸਤਸੰਗੀ ਜਨੋ, ਜੋ ਆਪ ਜੀ ਸਰਵਣ ਕਰ ਰਹੇ ਸੀਗੇ। ਗੁਰਮੁਖ ਦਾ ਦਾਨ ਕੀ ਹੈ? ਕਿ ਸ਼ੁਭ ਗੁਣਾਂ ਦੀ ਖੁਸ਼ਬੂ ਵੰਡੇ। ਕੋਈ ਆਪਣੇ ਕੋਲ ਆ ਜਾਏ, ਉਹਨੂੰ ਸ਼ੁਭ ਗੁਣਾਂ ਦੀ ਗੱਲ ਕਰੇ, ਉਹਨੂੰ ਕਹੇ ਭਰਾਵਾ ਤੇਰੇ ਵਿੱਚ ਆ ਔਗਣ ਹੈ, ਤੂੰ ਆਪਣੇ ਵਿੱਚ ਆ ਸ਼ੁਭ ਗੁਣ ਧਾਰਨ ਕਰ। ਗੁਰਮੁਖ ਦਾ ਦਾਨ ਕੀ ਹੈ ਸਤਸੰਗੀ ਜਨੋ? ਕੀ ਦਾਨ ਇਹਦਾ ਹੈ ਕਿ ਸ਼ੁਭ ਗੁਣਾਂ ਦੀ ਖੁਸ਼ਬੂ ਵੰਡੇ। ਗੁਰਮੁਖ ਦਾ ਇਸ਼ਨਾਨ ਕੀ ਹੈ? ਆਪਣੇ ਮਨ ਤੇ ਆਪਣੇ ਤਨ ਨੂੰ ਹੀ ਨਹੀਂ, ਆਪਣੇ ਮਨ ਤੇ ਬੁੱਧ ਨੂੰ ਪਵਿੱਤਰ ਰੱਖੇ। ਮੈਂ ਬੇਨਤੀ ਕਰ ਰਿਹਾ ਸੀਗਾ ਕਿ ਗੁਰੂ ਪਾਤਸ਼ਾਹ ਕਹਿੰਦੇ ਹਨ, ਕਹਿੰਦੇ ਗੁਰਮੁਖ ਜਿਹੜਾ ਹੈ, ਕਹਿੰਦੇ ਉਹੀ ਆਪਣੇ ਤਨ ਦੇ ਵਿੱਚ ਮਨ ਵੇਖ ਸਕਦਾ। ਹੁਣ ਦਾਸ ਬੇਨਤੀ ਕਰੇ ਕਿ ਤਨ ਕੀ ਹੈ, ਇਹਦੇ ਬਾਰੇ ਇੱਕ ਡਾਕਟਰ ਵੀ ਜਾਣਦਾ ਹੈ। ਡਾਕਟਰ ਦੱਸ ਦੇਵੇਗਾ ਤਨ ਦੇ ਅੰਦਰ ਕੀ ਹੈ, ਕਿੰਨਾ ਇਹਦੇ ਅੰਦਰ ਪਾਣੀ ਹੈ, ਕਿੰਨਾ ਹੱਡੀਆਂ ਦਾ ਭਾਰ ਹੈ, ਕਿੰਨਾ ਖੂਨ ਹੈ, ਕਿੰਨਾ ਮਿੱਝ ਹੈ। ਗੁਰੂ ਸਾਹਿਬ ਨੇ ਕੀ ਕਹਿ ਦਿੱਤਾ ਤਨ ਕੀ ਹੈ? ਕਹਿੰਦੇ ਇਹ ਬਸ ਇਹ ਤਨ ਪਤਾ ਕੀ ਹੈ? ਕਹਿੰਦੇ ਇਹ ਤਨ ਤਾਂ ਇੰਨਾ ਕੁ ਹੈ, ਕਹਿੰਦੇ ਜਲ ਕੀ ਪੀਤ ਪਵਨ ਕਾ ਥੰਬਾ ਰਗਤ ਬੂੰਦ ਕਾ ਗਾਰਾ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੇ ਵਿਚਾਰਾ। ਮੈਂ ਹੁਣ ਬੇਨਤੀ ਕਰਾਂ, ਆਪਣਾ ਵਿਚਾਰ ਬਣਦਾ ਕਿ ਮਨ ਕੀ ਹੈ। ਮਨ ਦੀ ਰੂਪ ਰੇਖਾ ਜਿਸ ਤਰ੍ਹਾਂ ਦੇ ਹਿੰਦੁਸਤਾਨ ਦੇ ਰਿਸ਼ੀਆਂ ਮੁਨੀਆਂ ਨੇ ਚਿੰਤਨ ਕੀਤੀ ਹੈ, ਮਨ ਦੀ ਰੂਪ ਰੇਖਾ ਇਸ ਤਰ੍ਹਾਂ ਦੀ ਚਿੰਤਨ ਕਰਨੀ ਬੜੀ ਔਖੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਮਨ ਦੇ ਅਨੇਕਾਂ ਰੂਪ ਵਰਣਨ ਕੀਤੇ ਹਨ। ਹੁਣ ਦਾਸ ਇੱਕ ਬੇਨਤੀ ਕਰ ਦੇਵੇ, ਤਨ ਤਾਂ ਇਨਸਾਨ ਦਾ ਘੜਿਆ ਹੋਇਆ ਸਤਸੰਗੀ ਜਨੋ,
ਇਹਦੀ ਨੱਕ ਕਿੱਥੇ ਹੋਣੀ ਚਾਹੀਦੀ ਹੈ, ਇਹਦੇ ਹੱਥ ਕਿੱਥੇ ਹੋਣੇ ਚਾਹੀਦੇ ਹਨ, ਇਹਦੇ ਪੈਰ ਕਿੱਥੇ ਹੋਣੇ ਚਾਹੀਦੇ ਹਨ, ਇਹਦੇ ਦੰਦ ਕਿੱਥੇ ਹੋਣੇ ਚਾਹੀਦੇ ਹਨ। ਤਨ ਇਹਦਾ ਬੜਾ ਸੋਹਣਾ ਪਰਮਾਤਮਾ ਨੇ ਕੱਢ ਦਿੱਤਾ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿੰਨੀ ਤਨ ਦੀ ਸੁੰਦਰਤਾ ਪਰਮਾਤਮਾ ਨੇ ਘੜੀ ਹੈ ਕੋਈ ਨਹੀਂ ਕੱਢ ਸਕਦਾ ਸਤਸੰਗੀ ਜਨੋ। ਪਰ ਇਹ ਇਨਸਾਨ ਦਾ ਜਿਹੜਾ ਤਨ ਹੈ ਉਹ ਪਰਮਾਤਮਾ ਨੇ ਕੱਢ ਦਿੱਤਾ, ਤੇ ਜਿਹੜੀ ਆਤਮਾ ਹੈ ਉਹ ਸਵੈਮ ਆਪਣੇ ਆਪ ਦੇ ਵਿੱਚ ਤਰਤੀਬ ਦੇ ਵਿੱਚ ਹੈ। ਪਰ ਇਹ ਇਨਸਾਨ ਦਾ ਵੀ ਤਾਂ ਕੁਝ ਕੰਮ ਹੈ ਨਾ। ਤਨ ਰੱਬ ਨੇ ਕੱਢ ਦਿੱਤਾ, ਆਤਮਾ ਆਪਣੇ ਆਪ ਦੇ ਵਿੱਚ ਘੜੀ ਹੋਈ ਹੈ। ਬੰਦਿਆ ਤੇਰਾ ਬਸ ਆਹੀ ਕੰਮ ਹੈ। ਮੈਂ ਬੇਨਤੀ ਕਰਾਂ, ਇਹ ਧਰਮ ਸਹਿ ਕਾਹਦੇ ਵਾਸਤੇ? ਸਹੀ ਮੈਨੇ 'ਚ ਧਰਮ ਇਸ ਵਾਸਤੇ ਕਿ ਇੱਥੇ ਆ ਕੇ ਤੈਨੂੰ ਆਪਣਾ ਮਨ ਘੜਨਾ ਆ ਜਾਏ। ਤੇ ਹੁਣ ਮੈਂ ਅਗਲੀ ਬੇਨਤੀ ਕਰਾਂ ਕਿ ਅਨਘੜੀ ਚੀਜ਼ ਕੋਈ ਵੀ ਸੋਹਣੀ ਨਹੀਂ ਲੱਗਦੀ ਸਤਸੰਗੀ ਨੂੰ। ਇੱਕ ਗੱਲ ਦਾ ਧਿਆਨ ਰੱਖ ਲੈਣਾ, ਅਨਘੜੀ ਚੀਜ਼ ਕੋਈ ਵੀ ਸੋਹਣੀ ਨਹੀਂ ਲੱਗਦੀ ਹੈ। ਅਨਘੜਿਆ ਸੋਨਾ ਭਾਵੇਂ ਜਿੰਨਾ ਮਰਜ਼ੀ ਕੀਮਤੀ ਹੋਵੇ, ਕਾਬਲੇ ਦੀਦ ਨਹੀਂ ਹੈ, ਕਾਬਲੇ ਇਸਤੇਮਾਲ ਨਹੀਂ ਹੈ। ਜਦੋਂ ਉਹ ਘੜਿਆ ਜਾਂਦਾ ਸਤਸੰਗ ਨੂੰ ਫਿਰ ਹੀ ਉਹ ਸੋਹਣਾ ਲੱਗਦਾ ਤੇ ਫਿਰ ਹੀ ਉਹ ਕਾਬਲੇ ਇਸਤੇਮਾਲ ਹੁੰਦਾ ਹੈ। ਮੈਂ ਬੇਨਤੀ ਕਰਾਂ, ਲੱਕੜ ਸਤਸੰਗੀ ਨੂੰ ਅਨਘੜੀ ਲੱਕੜ ਸੋਹਣੀ ਨਹੀਂ ਲੱਗਦੀ, ਅਨਘੜਿਆ ਪੱਥਰ ਵੀ ਸੋਹਣਾ ਨਹੀਂ ਲੱਗਦਾ, ਅਨਘੜਿਆ ਸਤਸੰਗੀ ਨੂੰ ਮੈਂ ਬੇਨਤੀ ਕਰਾਂ ਮਨ ਵੀ ਸੋਹਣਾ ਨਹੀਂ ਲੱਗਦਾ ਹੈ। ਇਹ ਘੜਨ ਦੇ ਵਾਸਤੇ ਤਾਂ ਹੀ ਤਾਂ ਕਿਹਾ ਹੈ, ਕਹਿੰਦੇ ਇਹ ਘੜਿਆ ਕਿੱਥੇ ਜਾਏਗਾ? ਗੁਰੂ ਪਾਤਸ਼ਾਹ ਬਾਣੀ 'ਚ ਕਹਿੰਦਾ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ। ਸਤ ਸੰਗਤ ਵਿੱਚ ਆ ਕੇ ਕੀ ਉਪਦੇਸ਼ ਮਿਲਦਾ? ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸੁਦਾਂ ਕੀ ਸੁਧ। ਹੁਣ ਥੋੜੀ ਜੀ ਦਾਸ ਬੇਨਤੀ ਕਰੇ ਸਤਸੰਗੀ ਜਨੋ, ਆਖਰਕਾਰ ਮਨ ਹੈ ਕੀ ਹੈ? ਕਦੀ ਚਿੰਤਨ ਕੀਤਾ? ਮਨ ਅਸਲ ਦੇ ਵਿੱਚ ਸਤਸੰਗੀ ਜਨੋ ਇੱਕ ਸ਼ਕਤੀ ਹੈ, ਕੋਈ ਮਾਸ ਦਾ ਲੋਥੜਾ ਨਹੀਂ ਹੈ। ਦਿਲ ਇੱਕ ਮਾਸ ਦਾ ਲੋਥੜਾ ਹੈ, ਕਿਡਨੀ ਇੱਕ ਮਾਸ ਦਾ ਲੋਥੜਾ ਹੈ, ਫੇਫੜੇ ਜਿਹੜੇ ਹਨ ਇੱਕ ਮਾਸ ਦਾ ਲੋਥੜਾ ਹੈ। ਪਰ ਜਿਹੜਾ ਸਤਸੰਗ ਨੂੰ ਮਨ ਹੈ ਨਾ, ਇਹ ਕੋਈ ਮਾਸ ਦਾ ਲੋਥੜਾ ਨਹੀਂ ਹੈ, ਇਹ ਇੱਕ ਸ਼ਕਤੀ ਹੈ ਅਤੇ ਇਹ ਚਾਰ ਸ਼ਕਤੀਆਂ ਦਾ ਮਜਮੂਆ ਹੈ। ਇਸੇ ਕਰਕੇ ਧਰਮੀ ਪੁਰਸ਼ਾਂ ਨੇ ਇਸ ਨੂੰ ਨਾਮ ਜਿਹੜਾ ਦਿੱਤਾ ਨਾ, ਉਹ ਪਤਾ ਕੀ ਦਿੱਤਾ? ਚਤੁਸ਼ਟੈ ਅੰਤఃਕਰਨ। ਚਤੁਸ਼ਟੈ ਅੰਤঃਕਰਨ ਦੇ ਅਰਥ ਹਨ ਕਿ ਚਾਰ ਸ਼ਕਤੀਆਂ ਦਾ ਮਜਮੂਆ। ਉਹ ਚਾਰ ਸ਼ਕਤੀਆਂ ਪਤਾ ਕਿਹੜੀਆਂ ਹਨ? ਮਨ, ਬੁੱਧ, ਚਿੱਤ ਤੇ ਅਹੰਗ। ਹੁਣ ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰ ਦੇਵਾਂ। ਵੈਸੇ ਵਿਚਾਰ ਥੋੜੀ ਜੀ ਟਫ ਜੀ ਚੱਲ ਪਈ, ਜਿਹੜੀ ਛੇਤੀ ਕੀਤੇ ਜਿਹਨ ਦੇ ਵਿੱਚ ਉਤਰਨ ਵਾਲੀ ਨਹੀਂ ਆਮ ਬੰਦੇ ਦੇ। ਮਨ ਕੀ ਹੈ ਸਤਸੰਗੀ ਜਨੋ? ਮੈਂ ਬੇਨਤੀ ਕੀਤਾ, ਸ਼ਕਤੀ ਇੱਕੋ ਹੀ ਹੈ। ਕਦੀ ਉਹ ਮਨ ਬਣ ਜਾਂਦੀ ਹੈ, ਕਦੀ ਉਹ ਬੁੱਧ ਬਣ ਜਾਂਦੀ ਹੈ, ਕਦੀ ਉਹ ਚਿੱਤ ਬਣ ਜਾਂਦੀ ਹੈ, ਕਦੀ ਉਹ ਅਹੰਗ ਬਣ ਜਾਂਦੀ ਹੈ। ਮਨ ਕਦੋਂ ਹੈ ਸਤਸੰਗੀ ਜਨੋ? ਜਦੋਂ ਇਨਸਾਨ ਦੇ ਅੰਦਰ ਫੁਰਨੇ ਚੱਲਦੇ ਹਨ ਨਾ, ਹਰ ਇੱਕ ਦੇ ਅੰਦਰ ਇਨਸਾਨ ਦੇ ਫੁਰਨੇ ਚੱਲਦੇ ਹਨ। ਜਿੰਨੀ ਦੇਰ ਤੱਕ ਫੁਰਨੇ ਚੱਲਦੇ ਹਨ ਉਨੀ ਦੇਰ ਤੱਕ ਉਹ ਸ਼ਕਤੀ ਨੂੰ ਨਾਮ ਦਿੱਤਾ ਮਨ ਦਾ। ਤੇ ਫਿਰ ਆਹਿਸਤਾ ਆਹਿਸਤਾ ਜਦੋਂ ਅੰਦਰ ਉਹੀ ਫੁਰਨੇ ਜਿਹੜੇ ਚੱਲ ਰਹੇ ਹਨ ਉਹਨਾਂ ਦਾ ਫੈਸਲਾ ਕਰਦੀ ਹੈ, ਉਹ ਵੀ ਇੱਕ ਸ਼ਕਤੀ ਹੈ। ਜਦੋਂ ਉਹ ਸ਼ਕਤੀ ਫੈਸਲਾ ਕਰਦੀ ਹੈ ਨਾ, ਉਸ ਨੂੰ ਨਾਮ ਦਿੱਤਾ ਬੁੱਧ ਦਾ। ਤੇ ਜਦੋਂ ਉਹੀ ਸ਼ਕਤੀ ਕਿਸੇ ਦੀ ਯਾਦ ਵਿੱਚ ਡੁੱਬੀ ਹੁੰਦੀ ਹੈ, ਕਿਸੇ ਦੇ ਯਾਦ ਵਿੱਚ ਲੀਨ ਹੁੰਦੀ ਹੈ, ਭਾਵੇਂ ਉਹ ਸੰਸਾਰ ਦੇ ਕਿਸੇ ਮੈਂਬਰ ਵਿੱਚ ਹੋਵੇ, ਭਾਵੇਂ ਪਦਾਰਥ ਦੇ ਵਿੱਚ ਹੋਵੇ, ਭਾਵੇਂ ਗੁਰੂ ਦੇ ਨਾਮ ਦੇ ਨਾਲ ਕੋਈ ਯਾਦ ਵਿੱਚ ਡੁੱਬਿਆ ਹੋਇਆ ਜਦੋਂ ਹੁੰਦਾ ਨਾ, ਉਹਨੂੰ ਚਿੱਤ ਕਹਿੰਦੇ ਹਨ। ਤੇ ਜਿਹੜੀ ਚੌਥੀ ਸ਼ਕਤੀ ਹੈ ਨਾ, ਉਹ ਬੜੀ ਪ੍ਰਬਲ ਰੂਪ ਵਿੱਚ ਹੈ ਕਿ ਮੈਂ ਸੀ, ਮੈਂ ਹਾਂ, ਮੈਂ ਹੀ ਹੋਵਾਂ, ਉਹ ਹੈ ਅਹੰਗ ਭਾਵ ਸਤਸੰਗੀ ਜਨੋ। ਹੁਣ ਦਾਸ ਬੇਨਤੀ ਕਰੇ ਸਤਸੰਗੀ ਜਨੋ, ਇਹਨਾਂ ਚੀਜ਼ਾਂ ਨੂੰ ਆਪਾਂ ਕੱਢਣਾ ਹੈ, ਮਨ ਨੂੰ ਆਪਾਂ ਕੱਢਣਾ ਹੈ, ਬੁੱਧ ਨੂੰ ਆਪਾਂ ਕੱਢਣਾ ਹੈ, ਚਿੱਤ ਨੂੰ ਆਪਾਂ ਕੱਢਣਾ ਹੈ, ਅਹੰਗ ਨੂੰ। ਇੱਕ ਗੱਲ ਦਾ ਧਿਆਨ ਰੱਖ ਲੈਣਾ, ਕੱਢਣ ਤੋਂ ਪਹਿਲਾਂ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰਾ ਮਨ ਘੜਿਆ ਹੈ ਕਿ ਅਨਘੜਿਆ ਹੈ। ਹੁਣ ਤੁਸੀਂ ਕਹੋਗੇ ਜੀ ਇਹ ਕਿਵੇਂ ਪਤਾ ਚੱਲੇਗਾ? ਕਿਉਂਕਿ ਸਾਡੀ ਇਸ ਤਰਫ ਦੀ ਸਟੱਡੀ ਹੀ ਨਹੀਂ ਹੈ, ਸਾਡੀ ਮਨ ਦੀ ਤਾਂ ਕਦੀ ਪੜ੍ਹਾਈ ਨਹੀਂ ਕੀਤੀ ਹੈ। ਪਹਿਲਾਂ ਇਨਸਾਨ ਨੂੰ ਇਹ ਦੇਖਣਾ ਪਵੇਗਾ ਕਿ ਮੇਰਾ ਮਨ ਘੜਿਆ ਹੈ ਕਿ ਅਨਘੜਿਆ। ਘੜਿਆ ਅਨਘੜਿਆ ਹੈ ਇਹਦਾ ਪਤਾ ਹੋਵੇ, ਬੜੀ ਦੂਰ ਦੀ ਗੱਲ। ਮੈਂ ਦਾਅਵੇ ਨਾਲ ਕਹਿ ਸਕਦਾ ਸਾਡੇ ਚੋਂ 99% ਆਦਮੀ ਇਹੋ ਜਿਹੇ ਹਨ ਜਿਨ੍ਹਾਂ ਨੂੰ ਇੰਨਾ ਵੀ ਨਹੀਂ ਪਤਾ ਕਿ ਸਾਡੇ ਤਨ ਦੇ ਅੰਦਰ ਕੋਈ ਮਨ ਨਾਮ ਦੀ ਚੀਜ਼ ਹੈ। ਨਹੀਂ ਪਤਾ। ਕਿਉਂ ਨਹੀਂ ਪਤਾ? ਕਿਉਂਕਿ ਤਨ ਕੜਨ ਤੋਂ ਫੁਰਸਤ ਨਹੀਂ ਹੈ ਸਾਨੂੰ। ਸੁਬਾ ਉੱਠਦੇ ਆ, ਤਨ ਕੜਨ ਤੇ ਜ਼ੋਰ ਲੱਗਾ ਹੋਇਆ, ਸ਼ੀਸ਼ੇ ਮੋਹਰੇ ਜਾ ਕੇ ਖੜੇ ਹੋ ਜਾਂਦੇ ਆ, ਘੰਟਾ ਘੰਟਾ ਆਪਣੇ ਆਪ ਦੀ ਸੈਟਿੰਗ ਹੋ ਰਹੀ ਹੈ। ਕਾਹਦੇ ਲਈ? ਤਨ ਕੜਨ ਲਈ ਨਾ। ਤੇ ਮੈਂ ਬੇਨਤੀ ਕਰਾਂ, ਜਿੰਨਾ ਸੋਹਣਾ ਰੱਬ ਨੇ ਤਨ ਕੱਢ ਦਿੱਤਾ ਨਾ, ਉਤਨੀ ਸੋਹਣੀ ਕਾੜਤ ਕੋਈ ਨਹੀਂ ਕਰ ਸਕਦਾ। ਭਾਵੇਂ ਤੁਸੀਂ ਲੱਖ ਸਾਲ ਸ਼ੀਸ਼ੇ ਮੋਹਰੇ ਖੜੇ ਰਹਿਣਾ, ਧਨ ਦੀ ਕਾੜਤ ਜਿਹੜੀ ਪਰਮਾਤਮਾ ਨੇ ਕੱਢ ਦਿੱਤੀ, ਇਸ ਤੋਂ ਸੁੰਦਰ ਨਹੀਂ ਕੜੀ ਜਾ ਸਕਦੀ। ਤਾਂ ਜਿਹੜੀ ਅਸੀਂ ਸ਼ੀਸ਼ੇ ਮੋਹਰੇ ਖੜ ਕੇ ਕੱਢਦੇ ਆ ਨਾ, ਉਹ ਪਤਾ ਕੀ ਸਤਸੰਗੀ ਨੂੰ, ਉਹ ਸਭ ਬਨਾਵਟਾਂ ਹਨ। ਇੱਕ ਗੱਲ ਦਾ ਧਿਆਨ ਰੱਖ ਲੈਣਾ, ਕਹਿੰਦੇ ਸਜਾਵਟ ਕੀਤੀ ਜਾਂਦੀ ਹੈ ਨਾ,
शीशे मोहरे खड़ के कीता की जाता है, सजावट की जाती है ना। तो प्यारे ने बड़ी सोहनी गल कहते, सजावट में बनावट है, बनावट में मिलावट है, मिलावट में गिरावट है। हुण चेहरा तो है वो तो पीला पै गया सत्संगी जनों, लेपा पोची करके हुण जदों लाल दिखाना बनावट ही है ना। तो बनावट दे विच मिलावट किन्नी है। कभी कॉसमैटिक जिहड़े बनाते हैं कभी उन्हां दा तुसीं स्टडी तो करके देखना, उहदे विच पशुआं दीआं हड्डियां, पशुआं दा मिज, आ जिहड़ी कॉसमैटिक इस्त्रियां वरतदियां बीबियां वरतदियां हन। ताही तो गुरु साहब ने भी बाणी च कह दिता, कमाल कर देती गुरु साहब ने, कहते सेज सोनी चंदन चोआ नरक घोर का द्वारा। मैं बेनती करा पंक्ति बार दोबारा ध्यान दे लैन। कहते सेज सोनी चंदन चोआ, चंदन चोआ जी अलेपा पुची, कहते सेज सोनी चंदन चोआ, कहते नरक घोर का द्वारा। कहते ये सारा कहते नरकां नूं जाण दीआं तैयारियां हन। खैर मैं ज़्यादा इस पासे वाल ना जावां, समा भी काफ़ी हो गया, आपां समाप्ति भी करनी है। थोड़ी आपां विचार करिए। मैं बेनती कर रहा सी कि साडे कोल फुरसत नहीं कि आपां तन दे विच मन वेख सकीए। कदी चात ही नहीं मारी है, तो जिहड़े इंसानां ने चात नहीं मारी वो इस पासे नूं चलणगे किवें सत्संगी जनों। तो जेकर इंसान ने इस मार्ग ते चलना है, अपने तन दे विच मन वेखना पवेगा। तो मैं बेनती कर रहा सी, पता होना चाहिए कि मन घड़िया है कि अनघड़िया है। हुण मैं कुछ गल्लां कहण लगा, हर एक इंसान वाच के पता कर सकता है कि मेरा मन घड़िया है कि अनघड़िया है। तुसीं अपने आप च झात मार के भी तुहानूं पता लग जाएगा कि मेरा मन घड़िया है कि अनघड़िया है। जिहड़ा सत्संग नूं घड़िया होया मन है ना, ਉਹਦੇ अंदर गलत फुरने पैदा नहीं होणगे। ध्यान नाल सुन लेना। हुण अपने मनां च चात सारे मान सकते हैं कि गलत फुरने पैदा होंदे हैं कि नहीं होंदे। घड़े हुए मन के अंदर कभी कोई गलत फुरना पैदा नहीं होएगा। घड़ी हुई बुद्ध कभी कोई गलत फैसला नहीं लेगी। तो घड़िया होया चित्त कभी गलत यादां विच नहीं डुबेगा। तो घड़िया होया अहंग कभी जालम नहीं होएगा, वो कभी जुलम नहीं करेगा। घड़िया होया अहंग जिहड़ा होएगा ना, उहदे पिछे तां परमात्मा दर्शन देण नूं तैयार हो जाते हैं। जदों धन्ना जी का जीवन पढ़ो ना सत्संगी नो, धन्ना जी नूं भी अहंकार हो गया सी। ते अहंकार भी पता काहदा हो गया सी, उच्च जाति का। उन्हां नूं अहंकार हो गया नामदेव जी वाल वेख के, उन्हां नूं अहंकार हो गया जयदेव जी वाल वेख के, उन्हां नूं अहंकार हो गया कबीर जी वाल वेख के। ते अहंकार हो गया कि जेकर इन्हां ने नाम जपिया ये तो मेतों नीवीं जाति दे हन, ते इन्हां नूं रब दी प्राप्ति होगी ते मैनूं क्यों नहीं होएगी। गुरु साहब का एक शब्द है पंजवें पातशाह जी का, गोबिंद 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 संग नाम द्यो मन लीना, आड़ दाम को छिपरो होयो लखीना, बुनना तनना त्याग के प्रीत चरण कबीरा, नीच कुला जो लहरो प्यो गुणी गहीरा, रविदास टवंता ढोर नीत तिन त्यागी माया, प्रगट पया साध संग दर्शन पाया, सैन नाई बुतकारिया वो कर कर सुनिया, हिरदे वस्या पार ब्रह्म भगता में गिणिया, ए बिद सुन के जाटरो उठ भगती लागा, मिले प्रतख गुसाइया धन्ना वड भागा। तन्ने दे अंदर अहंकार सी पर घड़िया होया अहंकार सी। घड़े हुए अहंकार दे पिछे तो परमात्मा दर्शन देने नूं तैयार खड़े हैं सत्संगी जनों। अठवें पातशाह का प्रसंग आप जी सरवण कर रहे सी। जदों सत्संगी जनों मेरे अठवें पातशाह पंजोखरा साहब गए ना, उत्थे भी अहंकारी का जिक्र आंदा। लाल चल पंडित सी, अहंकार का भरिया होया सी। पर मैं एक आप जी नूं बेनती करदे ओहदा भी अहंकार घड़िया होया सी। जिन्हां दा अहंकार नहीं घड़िया हुंदा पता किहड़े हैं सत्संगी जनों। मेरे गुरु साहब ने बड़े सोहने बचन आके कहते, नानक ते नर असल खर जो बिन गुण गर्भ ग्रंथ। कई बंदे तो अहंकार करते उन्होंने कोल गुण हुंदा है, पर मेरे गुरु साहब कहते कई अहंकार करी जाते जिन्हां कोल गुण भी नहीं है। कहते जिन्हां कोल गुण नहीं है कहते वो अहंकार करते हैं। मेरे गुरु साहब ने पता की क्या कहते, वो तो असली खोते हैं। मैं पंक्ति दोबारा कह देव आप जी, कहते नानक ते नर असल खर जो बिन गुण गर्भ ग्रंथ। हुण ओहदे कोल गुणता सी पर घड़िया होया सीगा। इसे करके तो मेरे अठवें पातशाह ने उन्होंने कोल बुलाया ते उन्होंने उपदेश दिता सत्संगी जनों, तो उसका पार उतारा हो गया। आप जी थोड़ा उससे फिर आवो। मैं बेनती कर रहा सी कि इंसान नूं पता होवे कि मेरा मन घड़िया है कि अनघड़िया है। मैं आप जी नूं कुछ गल्लां दसियां जिस तो तुसीं अपने मन की स्टडी कर सकते हो, पता कर सकते हो कि मन अनघड़िया है कि अनघड़िया है। थोड़ा जिहा मैं हुण आप जी नूं होर अगे लैके जावां। इंसान नूं मन घड़न तो पहलां उसकी स्टडी करनी पवेगी, मन नूं पढ़ना पवेगा।
ਜਿਹੜੇ ਲੋਹਾਰ ਨੇ ਲੋਹੇ ਨੂੰ ਘੜਨਾ ਹੁੰਦਾ ਨਾ, ਪਹਿਲਾਂ ਉਹਨੂੰ ਪੜਦਾ ਹੈ। ਜਿਸ ਤਰਖਾਣ ਨੇ ਲੱਕੜ ਨੂੰ ਘੜਨਾ ਹੈ, ਉਹ ਪਹਿਲਾਂ ਉਹਨੂੰ ਪੜਦਾ ਹੈ। ਜਿਹੜੇ ਇਨਸਾਨ ਨੇ ਸਤਸੰਗੀ ਜਦੋਂ ਪੱਥਰ ਨੂੰ ਘੜਨਾ ਹੈ ਨਾ, ਉਹ ਪਹਿਲਾਂ ਪੱਥਰ ਨੂੰ ਪੜਦਾ ਹੈ ਕਿ ਇਹ ਤਾਂ ਮੈਂ ਜੋ ਕੁਝ ਬਣਾਉਣਾ ਚਾਹੁੰਦਾ ਹਾਂ ਉਹ ਬਣੇਗਾ ਵੀ ਕਿ ਨਹੀਂ ਬਣੇਗਾ। ਤੇ ਜਦੋਂ ਪੱਥਰ ਵੀ ਘੜੇ ਜਾਂਦੇ ਨਾ ਪਿਆਰਿਓ, ਮੈਂ ਬੇਨਤੀ ਕਰਾਂ ਉਹਨਾਂ ਦੀ ਵੀ ਪੂਜਾ ਹੁੰਦੀ ਹੈ। ਤਾਂ ਹੀ ਤਾਂ ਕਿਸੇ ਪ੍ਰੇਮੀ ਨੇ ਬੜਾ ਸੋਹਣਾ ਲਿਖਿਆ, ਕਹਿੰਦੇ ਬੁੱਤੋ ਸ਼ਾਬਾਸ਼ ਹੋ ਤੁਮਕੋ, ਤਰੱਕੀ ਬਹੁਤ की तुमने, जो ना तिरछे ਕਹਿੰਦੇ वो पत्थर थे, ਕਹਿੰਦੇ जो तिरछे वो खुदा ठहरे। ਆ ਮੰਦਰਾਂ ਦੇ ਵਿੱਚ ਜਿਹੜੀਆਂ ਮੂਰਤੀਆਂ ਨੂੰ ਜਾ ਕੇ ਆਪਾਂ ਮੱਥਾ ਟੇਕਦੇ ਆ, ਅਸਲ ਦੇ ਵਿੱਚ ਉਹ ਹੈ ਕੀ ਹੈ ਸਤਸੰਗੀ ਜਨੋ? ਪੱਥਰ ਹੀ ਹੈ ਨਾ। ਪਰ ਜਦੋਂ ਪੱਥਰ ਤਰਾਸ਼ਿਆ ਗਿਆ, ਜਦੋਂ ਉਹਦੇ ਅੰਦਰ ਸੰਕਲਪ ਕਰਕੇ ਮੂਰਤੀ ਟਿਕਾ ਦਿੱਤੀ ਗਈ ਮੰਦਰ ਦੇ ਅੰਦਰ, ਫਿਰ ਉਸੇ ਪੱਥਰ ਦੀ ਪੂਜਾ ਹੋ ਰਹੀ ਹੈ। ਫਿਰ ਉਸ ਮੰਦਰ ਦੇ ਵਿੱਚ ਜਾ ਕੇ ਮੂਰਤੀ ਦਾ ਚਰਨਾਮਤ ਲਿਆ ਜਾ ਰਿਹਾ, ਉਹਨੂੰ ਹੀ ਪ੍ਰਸ਼ਾਦ ਚੜਾਇਆ ਜਾ ਰਿਹਾ। ਮੈਂ ਹੁਣ ਆਪ ਜੀ ਨੂੰ ਇੰਨੀ ਕੁ ਬੇਨਤੀ ਕਰਨੀ ਚਾਹ ਰਿਹਾ ਕਿ ਜਿਹੜੇ ਇਨਸਾਨ ਦਾ ਮਨ ਘੜਿਆ ਹੋਇਆ ਹੈ, ਉਹ ਇੱਕ ਦੇਵਤੇ ਦੀ ਤਰ੍ਹਾਂ ਹੈ, ਉਹ ਇੱਕ ਭਗਤ ਦੀ ਤਰ੍ਹਾਂ ਹੈ, ਉਹ ਇੱਕ ਗੁਰਮੁਖ ਦੀ ਤਰ੍ਹਾਂ ਹੈ, ਉਹ ਇੱਕ ਸੰਤ ਦੀ ਤਰ੍ਹਾਂ ਹੈ, ਅਤੇ ਵੱਧਦਾ ਇੱਕ ਦਿਨ ਉਹ ਰੱਬ ਦੀ ਤਰ੍ਹਾਂ ਬਣ ਜਾਂਦਾ ਹੈ। ਪਰ ਜਿਹੜਾ ਅਨਕੜਾ ਮਨ ਹੈ, ਉਹ ਇੱਕ ਪੱਥਰ ਦੀ ਤਰ੍ਹਾਂ ਹੈ, ਉਹ ਇੱਕ ਹੈਵਾਨ ਦੀ ਤਰ੍ਹਾਂ ਹੈ, ਇੱਕ ਸ਼ੈਤਾਨ ਦੀ ਤਰ੍ਹਾਂ ਹੈ। ਮੇਰੇ ਨਾਮਦੇਵ ਜੀ ਦੇ ਬੜੇ ਸੋਹਣੇ ਬਚਨ ਹਨ, ਕਹਿੰਦੇ ਏਕੈ ਪਾਥਰ ਕੀਜੈ ਪਾਓ, ਦੂਜੇ ਪਾਥਰ ਤਰੀਏ ਪਾਓ। ਕਹਿੰਦੇ ਇੱਕ ਪੱਥਰ ਅਜੇ ਤੇ ਲੋਕੀ ਪੈਰ ਰੱਖਦੇ ਆ। ਜਦੋਂ ਆਪਾਂ ਜਾਂਦੇ ਆ ਪਹਾੜਾਂ ਤੇ, ਵੱਡੇ ਵੱਡੇ ਪੱਥਰ ਹੁੰਦੇ ਆ, ਪੈਰ ਰੱਖ ਕੇ ਲੰਘਦੇ ਆ ਨਾ। ਤੇ ਨਾਮਦੇਵ ਜੀ ਕਹਿੰਦੇ ਉਹੀ ਪੱਥਰ ਜਦੋਂ ਕਹਿੰਦੇ ਘੜਿਆ ਜਾਂਦਾ, ਕਹਿੰਦੇ ਜਦੋਂ ਤਰਾਸ਼ਿਆ ਜਾਂਦਾ, ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਇੱਕ ਹੈ ਪਾਥਰ, ਕਹਿੰਦੇ ਪੱਥਰ ਇੱਕੋ ਹੀ ਹੈ। ਕਹਿੰਦੇ ਇੱਕ ਹੈ ਪਾਥਰ ਕੀਜਾ ਪਾਓ, ਕਹਿੰਦੇ ਪੈਰ ਰੱਖਦੇ, ਕਹਿੰਦੇ ਦੂਜੇ ਪਾਥਰ ਧਰੀਏ ਪਾਓ। ਕਹਿੰਦੇ ਜਦੋਂ ਉਹ ਪੱਥਰ ਘੜਿਆ ਗਿਆ, ਮੂਰਤੀ ਬਣ ਗਈ, ਕਹਿੰਦੇ ਫਿਰ ਉਹ ਤੋਂ ਡਰ ਲੱਗਦਾ ਕਿਤੇ ਬੇਅਦਬੀ ਨਾ ਹੋ ਜਾਵੇ। ਇਸ ਕਰਕੇ ਮੈਂ ਬੇਨਤੀ ਕਰ ਰਿਹਾ ਕਿ ਘੜਨ ਤੋਂ ਪਹਿਲਾਂ ਪੜਨਾ ਪਵੇਗਾ। ਤੇ ਮੇਰੇ ਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਸਤਸੰਗੀ ਨੂੰ ਇਹ ਮਨ ਦੇ ਬੜੇ ਰੂਪ ਦੱਸੇ ਹਨ। ਮੇਰੇ ਗੁਰੂ ਸਾਹਿਬ ਨੇ ਜੋ ਕਹੇ ਮੈਂ ਸਾਰਿਆਂ ਦਾ ਵਰਣਨ ਨਹੀਂ ਕਰਾਂਗਾ, ਪਰ ਇੱਕ ਦੋ ਪੰਕਤੀਆਂ ਆਪ ਜੀ ਦੇ ਸਮਕਸ਼ ਰੱਖ ਦੇਵਾਂ। ਕਹਿੰਦੇ ਇਹ ਮਨ ਪਤਾ ਕਿਸ ਤਰ੍ਹਾਂ ਦਾ? ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾ ਏ। ਕਹਿੰਦੇ ਬੰਦਿਆ ਤੇਰਾ ਮਨ ਤਾਂ ਕਹਿੰਦੇ ਇੱਕ ਕੁੱਤੇ ਦੀ ਤਰ੍ਹਾਂ ਹੈ। ਕਹਿੰਦੇ ਕੁੱਤਾ ਵੀ ਉਹ ਕਹਿੰਦੇ ਜਿਹੜਾ ਕਰੰਗ ਦੇ ਪਿੱਛੇ ਭੱਜਿਆ ਫਿਰਦਾ। ਕਰੰਗ ਪਤਾ ਕੀ ਹੁੰਦਾ? ਹੱਡੀ ਪਤਾ ਕਿਹੜੀ? ਜਿਹਦੇ ਵਿੱਚ ਨਾ ਖੂਨ ਹੈ ਨਾ ਮਾਸ ਹੈ, ਤੇ ਕੁੱਤਾ ਉਸ ਨੂੰ ਚੂੰਡਦਾ ਹੈ। ਤੇ ਜਦੋਂ ਚੂੰਡਦਾ ਪਤਾ ਕੀ ਹੁੰਦਾ ਸਤਸੰਗ ਨੂੰ? ਉਹਦੇ ਆਪਣੇ ਬੁੱਟ ਦੇ ਵਿੱਚ ਹੱਡੀ ਵੱਜਦੀ ਹੈ, ਉਹਦਾ ਆਪਣਾ ਖੂਨ ਨਿਕਲਦਾ, ਉਸੇ ਖੂਨ ਦਾ ਉਹ ਰਸ ਲਈ ਜਾਂਦਾ। ਕਬੀਰ ਜੀ ਕਹਿੰਦੇ ਤੇਰੀ ਹਾਲਤ ਤਾਂ ਇਸ ਤਰ੍ਹਾਂ ਦੀ ਆ। ਮੇਰੇ ਨੌਵੇਂ ਪਾਤਸ਼ਾਹ ਦੇ ਬੜੇ ਸੋਹਣੇ ਬਚਨ ਹਨ, ਕਹਿੰਦੇ ਮਾਈ ਮਨ ਮੇਰੋ ਬਸਨਾ ਹੈ, ਨਿਸਬਾਸਰ ਵਿਖਣ ਕੋ ਤਾਵਤ ਕਹਿ ਬਿਦ ਰੋਕੋ ਤਾਏ। ਕਹਿੰਦੇ ਜਿਹੜਾ ਮੇਰਾ ਮਨ ਹੈ, ਕਹਿੰਦੇ ਇਹ ਮੇਰੇ ਵਸ ਵਿੱਚ ਨਹੀਂ। ਕਹਿੰਦੇ ਦਿਨੇ ਇੱਕ ਫੁਰਨਾ ਬਣਦਾ, ਕਹਿੰਦੇ ਸ਼ਾਮ ਨੂੰ ਖਤਮ ਹੋਇਆ ਦੂਜਾ ਫੁਰਨਾ ਬਣ ਗਿਆ, ਕਹਿੰਦੇ ਦੂਜਾ ਵਿਕਾਰ ਖਤਮ ਹੋਇਆ, ਕਹਿੰਦੇ ਤੀਜਾ ਬਣ ਗਿਆ। ਮੇਰੇ ਨੌਵੇਂ ਪਾਤਸ਼ਾਹ ਕਹਿੰਦੇ ਮਾਈ ਮਨ ਮੇਰੋ ਬਸਨਾ ਹੈ, ਨਿਸਬਾਸਰ ਵਿਖਣ ਕੋ ਤਾਵਤ ਕਹਿ ਬਿਦ ਰੋਕੋ ਤਾਏ। ਤੇ ਮੇਰੇ ਗੁਰੂ ਸਾਹਿਬ ਨੇ ਤਾਂ ਇੱਥੇ ਤੱਕ ਕਹਿ ਦਿੱਤਾ, ਕਹਿੰਦੇ ਮਾਤਾ ਭੈਂਸਾ ਅਮੂਆਂ ਜਾਏ, ਖੁਦ ਚਲੇ ਰਸਾਤਲ ਪਏ। ਕਹਿੰਦੇ ਇਹ ਇਨਸਾਨ ਦਾ ਮਨ ਤਾਂ ਇੱਕ ਭੈਂਸੇ ਦੀ ਤਰ੍ਹਾਂ ਹੈ। ਤੇ ਭੈਂਸੇ ਤੁਸੀਂ ਦੇਖੇ ਜਿਹਨੂੰ ਝੋਟਾ ਕਹਿੰਦੇ, ਬੜਾ ਢੀਠ ਜਿਹਾ ਜਾਨਵਰ ਹੈ। ਜਿੰਨਾ ਮਰਜੀ ਕੁੱਟੋ, ਜਿੰਨਾ ਮਰਜੀ ਮਾਰੋ, ਸਤਸੰਗ ਨੂੰ ਆਪਣੀ ਧੁਨ ਦੇ ਵਿੱਚ ਤੁਰਿਆ ਹੀ ਜਾਂਦਾ। ਗੁਰੂ ਸਾਹਿਬ ਕਹਿੰਦੇ ਇਨਸਾਨ ਦਾ ਵੀ ਇਸੇ ਤਰ੍ਹਾਂ ਦਾ ਹਾਲਤ ਹੈ। ਤੇ ਫਰੀਦ ਜੀ ਨੇ ਤਾਂ ਆਪਣੇ ਬਚਨਾਂ 'ਚ ਕਹਿ ਦਿੱਤਾ, ਫਰੀਦਾ ਕੁਕਿੰਦਿਆਂ ਚੰਗਿੰਦਿਆਂ ਮੱਤੀ ਦਿੰਦਿਆਂ ਨਿਤ, ਕਹਿੰਦੇ ਜੋ ਸ਼ੈਤਾਨ ਵੰਜਾਇਆ ਸੇਕਿਤ ਫੇਰਨ ਚਿੱਤ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਸ਼ੈਤਾਨ ਬੈਠ ਗਿਆ, ਭਾਵ ਜਿਨ੍ਹਾਂ ਨੇ ਮਨ ਨੂੰ ਨਹੀਂ ਕੜਿਆ, ਕਹਿੰਦੇ ਉਹਨਾਂ ਨੂੰ ਜਿੰਨਾ ਮਰਜੀ ਕੂਕ ਪੁਕਾਰ ਉਪਦੇਸ਼ ਦੇਈ ਜਾਓ, ਕਹਿੰਦੇ ਉਹ ਆਪਣਾ ਚਿੱਤ ਕਿੱਥੇ ਫੇਰਦੇ ਹਨ। ਤੇ ਸਤਸੰਗੀ ਜਨੋ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਨੇ ਇਹਨੂੰ ਸਿਰਫ ਕੁੱਤਾ ਹੀ ਨਹੀਂ ਆਖਿਆ, ਇਹਨੂੰ ਭੈਂਸਾ ਹੀ ਨਹੀਂ ਆਖਿਆ, ਇਸ ਨੂੰ ਲੋਭੀ ਕੁੱਤਾ ਹੀ ਨਹੀਂ ਆਖਿਆ। ਉਹਨਾਂ ਨੇ ਇੱਥੇ ਤੱਕ ਵੀ ਕਿਹਾ, ਕਹਿੰਦੇ ਮਨ ਕਮੀਨ ਕੰਮ ਤਰੀਨ ਤੂੰ ਦਰਿਆਓ ਖੁਦਾਇਆ। ਕਹਿੰਦੇ ਪਿਆਰਿਓ ਇੱਕ ਗੱਲ ਦਾ ਧਿਆਨ ਰੱਖੋ, ਮਨ ਨੀਵੇਂ ਤੋਂ ਨੀਵਾਂ ਜਾ ਸਕਦਾ ਹੈ, ਕਹਿੰਦੇ ਮਨ ਉੱਚੇ ਤੋਂ ਉੱਚਾ ਜਾ ਸਕਦਾ ਹੈ। ਹੁਣ ਦਾਸ ਆਪ ਜੀ ਨੂੰ ਗੱਲ ਕਹਿ ਕੇ ਸਮਾਪਤੀ ਕਰੇ। ਦਰਅਸਲ ਦੇ ਵਿੱਚ ਸਤਸੰਗੀ ਨੂੰ ਪਾਣੀ ਤਾਂ ਪਾਣੀ ਹੈ, ਪਰ ਬਰਫ਼ ਵੀ ਪਾਣੀ ਹੈ। ਪਰ ਇੱਕ ਗੱਲ ਦਾ ਧਿਆਨ ਰੱਖਣਾ, ਭਾਫ ਵੀ ਪਾਣੀ ਹੈ। ਪਾਣੀ ਦੇ ਤਿੰਨ ਰੂਪ ਬਣਦੇ ਹਨ। ਜਿਸ ਤਰ੍ਹਾਂ ਪਾਣੀ ਦੇ ਤਿੰਨ ਰੂਪ ਹਨ, ਬਿਲਕੁਲ ਇਸ ਤਰ੍ਹਾਂ ਮਨ ਦੀਆਂ ਤਿੰਨ ਅਵਸਥਾਵਾਂ ਬਣਦੀਆਂ ਹਨ। ਜਿਹੜਾ ਬਰਫ਼ ਹੈ ਨਾ ਸਤਸੰਗ, ਉਹ ਬਿਲਕੁਲ ਚਟਾਨ ਹੈ,
ਉਹਦੇ ਵਿੱਚ ਕੋਈ ਗਤੀ ਨਹੀਂ ਹੈ, ਉਹਦੇ ਵਿੱਚ ਕੋਈ ਚਲਨਸ਼ੀਲਤਾ ਨਹੀਂ ਹੈ, ਉਹਦੇ ਵਿੱਚ ਕੋਈ ਪਰ ਉਪਕਾਰ ਦਾ ਮਾਦਾ ਨਹੀਂ ਹੈ, ਬਸ ਠੋਸ ਜੰਮੀ ਹੋਈ ਹੈ। ਕਈ ਇਨਸਾਨਾਂ ਦੇ ਮਨ ਬਰਫ਼ ਦੀ ਤਰ੍ਹਾਂ ਬਿਲਕੁਲ ਠੋਸ ਜੰਮੇ ਹੋਏ ਹਨ, ਜਿਨ੍ਹਾਂ ਦੇ ਵਿੱਚ ਕੋਈ ਗਤੀ ਨਹੀਂ, ਜਿਨ੍ਹਾਂ ਵਿੱਚ ਕੋਈ ਚਲਣ ਦੀ ਸ਼ੀਲਤਾ ਨਹੀਂ। ਕਦੀ ਉਹਨਾਂ ਨੇ ਨਿਤਨੇਮ ਨਹੀਂ ਕਰਨਾ, ਕਦੀ ਉਹਨਾਂ ਨੇ ਗੁਰੂ ਦੀ ਬਾਣੀ ਦਾ ਵਿਚਾਰ ਨਹੀਂ ਕਰਨਾ, ਕਦੀ ਇਹ ਵਿਚਾਰ ਨਹੀਂ ਕਰਨਾ ਕਿ ਮਨੁੱਖਾ ਜੀਵਨ ਕਾਹਦੇ ਲਈ ਬਣਿਆ ਮਿਲਿਆ, ਕਦੀ ਉਹਨਾਂ ਨੇ ਕੀਰਤਨ ਵੱਲ ਧਿਆਨ ਨਹੀਂ ਦੇਣਾ, ਕਦੀ ਕਥਾ ਵੱਲ ਨਹੀਂ ਧਿਆਨ ਦੇਣਾ। ਬਸ ਠੋਸ ਜੰਮੇ ਹੋਏ ਬਰਫ਼ ਦੀ ਤਰ੍ਹਾਂ ਹਨ, ਜਿਹਨੂੰ ਆਪਾਂ ਕਹਿ ਸਕਦੇ ਹਾਂ ਪਸ਼ੂ ਢੋਰ ਦੀ ਤਰ੍ਹਾਂ, ਖਾ ਲਿਆ, ਪੀ ਲਿਆ, ਸੌਂ ਲਿਆ, ਜਾਗ ਗਏ, ਜੰਮ ਗਏ ਤੇ ਮਰ ਗਏ, ਕੰਮ ਖਤਮ। ਸਤਸੰਗੀ ਜਨੋ, ਇਹ ਜਿਹੜੇ ਹਨ ਨਾ ਮਨ, ਇਹ ਬਰਫ਼ ਦੀ ਤਰ੍ਹਾਂ ਹਨ। ਤੇ ਬਰਫ਼ ਦਾ ਦੂਜਾ ਰੂਪ ਪਾਣੀ ਦਾ ਦੂਜਾ ਰੂਪ ਬਣ ਜਾਂਦਾ। ਪਾਣੀ ਸਤਸੰਗੀ ਜਨੋ ਜਿਹੜਾ ਤਰਲ ਹੈ, ਉਹਦੇ ਵਿੱਚ ਗਤੀ ਹੈ, ਉਹਦੇ ਵਿੱਚ ਚਲਨਸ਼ੀਲਤਾ ਹੈ, ਉਹਦੇ ਵਿੱਚ ਪਰਉਪਕਾਰ ਦਾ ਮਾਦਾ ਹੈ। ਉਹ ਚੱਲ ਕੇ ਜਾਂਦਾ ਹੈ ਜਿੱਥੇ ਧਰਤੀ ਨੂੰ ਹਰਾ ਭਰਾ ਕਰ ਦਿੰਦਾ ਹੈ। ਸਤਸੰਗੀ ਜਨੋ ਜਿਹੜੇ ਮਨ ਪਾਣੀ ਦੀ ਤਰ੍ਹਾਂ ਹੋ ਜਾਂਦੇ ਹਨ, ਉਹ ਜਿੱਥੇ ਜਾਂਦੇ ਹਨ ਉਹ ਪਰ ਉਪਕਾਰ ਦੀ ਗੱਲ ਕਰਦੇ ਹਨ। ਉਹ ਦੂਜੇ ਨੂੰ ਵੀ ਗੁਰਸਿੱਖੀ ਦਾ ਉਪਦੇਸ਼ ਦਿੰਦੇ ਹਨ, ਉਹ ਦੂਜੇ ਨੂੰ ਵੀ ਗੁਰੂ ਦੇ ਮਾਰਗ ਤੇ ਚਲਾਉਂਦੇ ਹਨ। ਉਹ ਪਾਣੀ ਦੀ ਤਰ੍ਹਾਂ ਹਨ। ਪਰ ਮੈਂ ਬੇਨਤੀ ਕਰਾਂ, ਪਾਣੀ ਜਿਹੜਾ ਨਾ ਉਹ ਸਿਰਫ ਧਰਤੀ ਤੇ ਹੈ। ਸਤਸੰਗੀ ਨੂੰ ਪਾਣੀ ਅਸਮਾਨ ਤੇ ਵੀ ਜਾਂਦਾ ਹੈ। ਪਾਣੀ ਅਸਮਾਨ ਤੇ ਪਤਾ ਕਦੋਂ ਜਾਂਦਾ? ਜਿਹੜੇ ਦੂਜੇ ਪਾਣੀ ਦੀ ਤਰ੍ਹਾਂ ਹਨ ਇਨਸਾਨ ਜਿਹੜੇ ਹਨ, ਉਹਨਾਂ ਦੇ ਵਾਸਤੇ ਕਿਹਾ कहते माना कि सारी ज़मीन को ना गुलजार कर सके मगर कुछ खार कम करके गुजरे हम जिधर से। ਜਿਹੜੇ ਪਾਣੀ ਵਰਗੇ ਨਾ ਉਹ ਕਹਿੰਦੇ ਠੀਕ ਹੈ ਸਾਰੀ ਧਰਤੀ ਨੂੰ ਤਾਂ ਹਰਾ ਭਰਾ ਨਹੀਂ ਕਰ ਸਕੇ, ਪਰ ਕਹਿੰਦੇ ਜਿੱਥੋਂ ਲੰਘਿਆ ਕੁਛ ਤਾਂ ਕੰਡੇ ਚੁੱਗ ਗਏ ਨਾ, ਕੁਛ ਤਾਂ ਹਿਰਦੇ ਨਿਰਮਲ ਕਰ ਗਏ ਨਾ, ਕੁਛ ਨੂੰ ਤਾਂ ਗੁਰੂ ਦਾ ਉਪਦੇਸ਼ ਸੁਣਾ ਗਏ ਨਾ। ਇਹ ਦੂਜੀ ਤਰ੍ਹਾਂ ਦੇ ਹਨ ਸਤਸੰਗੀ ਜਨੋ। ਤੇ ਪਾਣੀ ਮੈਂ ਬੇਨਤੀ ਕਰਾਂ ਅਸਮਾਨ ਤੇ ਵੀ ਜਾਂਦਾ ਹੈ, ਪਰ ਉਹ ਪਤਾ ਕਦੋਂ ਜਾਂਦਾ? ਜਦੋਂ ਉਹ ਬਖਰਾਤ ਬਣ ਜਾਏ, ਜਦੋਂ ਉਹ ਭਾਵ ਬਣ ਜਾਏ। ਤਾਂ ਜਦੋਂ ਮਨ ਭਾਵ ਬਣ ਜਾਂਦਾ ਫਿਰ ਉਹ ਪਰਮਾਤਮਾ ਦੀ ਤਰ੍ਹਾਂ ਹੁੰਦਾ ਹੈ। ਤੇ ਇੱਕ ਗੱਲ ਦਾ ਧਿਆਨ ਰੱਖਣਾ, ਜਦੋਂ ਉਹ ਫਿਰ ਪਰਮਾਤਮਾ ਦੀ ਤਰ੍ਹਾਂ ਹੁੰਦਾ, ਜਦੋਂ ਬਖਰਾਤ ਬਣਦਾ, ਜਦੋਂ ਬੱਦਲ ਬਣਦਾ ਸਤਸੰਗੀ ਨੂੰ, ਫਿਰ ਉਹ ਕਿਸੇ ਨਾਲ ਵਿਤਕਰੇ ਨਹੀਂ ਕਰਦੇ। ਕਦੀ ਕੋਈ ਨਿਜ਼ਾਮ ਸੁਣਿਆ ਕਿ ਬਦਲਾਂ ਦੇ ਵਾਸਤੇ ਦੋ ਦੇਸ਼ ਲੜਦੇ ਹੋਣ, ਕਦੀ ਦੋ ਕੌਮਾਂ ਲੜਦੀਆਂ ਹੋਣ, ਦੋ ਪ੍ਰਾਂਤ ਲੜਦੇ ਹੋਣ? ਵੈਸੇ ਇਨਸਾਨ ਦੀ ਪਕੜ 'ਚ ਜੋ ਕੁਛ ਆਇਆ ਇਹਨੇ ਵੰਡ ਕੇ ਰੱਖ ਦਿੱਤਾ। ਇਨਸਾਨ ਨੇ ਪਹਾੜ ਵੰਡ ਦਿੱਤੇ, ਇਨਸਾਨ ਨੇ ਧਰਤੀਆਂ ਵੰਡ ਦਿੱਤੀਆਂ, ਇਨਸਾਨ ਨੇ ਸਮੁੰਦਰ ਵੰਡ ਦਿੱਤੇ, ਇਨਸਾਨ ਨੇ ਆਕਾਸ਼ ਵੀ ਵੰਡ ਦਿੱਤੇ। ਮੈਂ ਬੇਨਤੀ ਕਰਾਂ, ਰੱਬ ਭਾਵੇਂ ਨਹੀਂ ਵੰਡਿਆ ਜਾ ਸਕਦਾ ਪਰ ਇਨਸਾਨ ਨੇ ਵੰਡ ਕੇ ਰੱਖ ਦਿੱਤਾ। ਇਹ ਗੁਰਦੁਆਰੇ, ਇਹ ਮੰਦਰ, ਇਹ ਮਸਜਿਦਾਂ, ਇਹ ਗਿਰਜੇ, ਇਹ ਕੀ ਹਨ ਸਤਸੰਗੀ ਜਨੋ? ਕਦੀ ਚਿੰਤਨ ਕੀਤਾ? ਇਨਸਾਨ ਦੀ ਵੰਡੀ ਹੋਈ ਚੀਜ਼ ਹੈ। ਗੁਰਦੁਆਰਾ ਪਤਾ ਚੱਲਦਾ ਸਿੱਖਾਂ ਦਾ ਗੁਰਦੁਆਰਾ ਹੈ, ਸਿੱਖਾਂ ਦਾ ਧਰਮ ਸਥਾਨ ਹੈ। ਮਸਜਿਦ ਦਾ ਪਤਾ ਚੱਲਦੀ ਹੈ ਕਿ ਇਹ ਕਿਹਨੇ ਵੰਡੇ, ਰੱਬ ਨੇ ਥੋੜੀ ਵੰਡਿਆ ਸਤਸੰਗੀ ਜਨੋ। ਇਨਸਾਨ ਨੇ ਇਸੇ ਕਰਕੇ ਖਿਆਲ ਕਰਨਾ ਕਿ ਕੁਝ ਚੀਜ਼ਾਂ ਜਿਨ੍ਹਾਂ ਤੋਂ ਬਿਨਾਂ ਕਿਸੇ ਗਰੀਬ ਦਾ, ਕਿਸੇ ਮਜਲੂਮ ਦਾ ਨਹੀਂ ਨਾ ਸਰੇਗਾ, ਉਹ ਰੱਬ ਨੇ ਆਪਣੀ ਗਿਰਫਤ ਵਿੱਚ ਰੱਖੀਆਂ ਹਨ। ਹਵਾ ਤੋਂ ਬਿਨਾਂ ਨਹੀਂ ਕਿਸੇ ਦਾ ਸਰੇਗਾ, ਪਰਮਾਤਮਾ ਨੇ ਆਪਣੀ ਪਕੜ ਵਿੱਚ ਰੱਖਿਆ ਹੈ। ਪਾਣੀ ਤੋਂ ਬਿਨਾਂ ਨਹੀਂ ਕਿਸੇ ਦਾ ਸਰੇਗਾ, ਪਰਮਾਤਮਾ ਨੇ ਆਪਣੀ ਹੀ ਪਕੜ 'ਚ ਰੱਖਿਆ ਹੈ। ਆਕਸੀਜਨ ਤੋਂ ਬਿਨਾਂ ਨਹੀਂ ਆ ਪਿਛਲੇ ਦਿਨਾਂ 'ਚ ਸਰਿਆ, ਰੱਬ ਨੇ ਆਪਣੀ ਪਕੜ 'ਚ ਰੱਖਿਆ ਹੈ। ਇਸੇ ਤਰ੍ਹਾਂ ਜਿਹੜੀ ਮਨ ਉੱਚੇ ਉੱਠ ਜਾਂਦੇ ਹਨ, ਬੱਦਲ ਦੀ ਤਰ੍ਹਾਂ ਹੋ ਜਾਂਦੇ ਹਨ ਨਾ ਸਤਸੰਗੀ ਜਨੋ, ਫਿਰ ਤਾਂ ਉਹ ਸਭ ਤੇ ਵਰਸਦੇ ਹਨ। ਫਿਰ ਤਾਂ ਉਹ ਪਹਾੜਾਂ ਤੇ ਵੀ ਵਰਸਦੇ ਹਨ, ਉਹ ਜੰਗਲਾਂ ਤੇ ਵੀ ਵਰਸਦੇ ਹਨ, ਉਹ ਰੇਗਿਸਤਾਨ ਤੇ ਵੀ ਵਰਸਦੇ ਹਨ, ਉਹ ਸਮੁੰਦਰ ਤੇ ਵੀ ਵਰਸਦੇ ਹਨ, ਉਹ ਪਸ਼ੂਆਂ ਤੇ ਵੀ ਵਰਸਦੇ ਹਨ, ਉਹ ਨੀਵੀਂ ਜਾਤੀਆਂ ਵਾਲਿਆਂ ਤੇ ਵੀ ਵਰਸਦੇ ਹਨ, ਉਹ ਉੱਚ ਜਾਤੀ ਵਾਲਿਆਂ ਤੇ ਵੀ ਵਰਸਦੇ ਹਨ। ਬਸ ਜਦੋਂ ਮਨ ਉੱਚਾ ਉੱਠ ਗਿਆ, ਬੱਦਲ ਦੀ ਤਰ੍ਹਾਂ ਬਣ ਗਿਆ। ਮੈਂ ਹੁਣ ਥੋੜੀ ਜੀ ਗੱਲ ਹੋਰ ਕਹਿ ਕੇ ਸਮਾਪਤੀ ਕਰ ਦੇਵਾਂ, ਗੱਲ ਥੋੜੀ ਜੀ ਹੋਰ ਸਪਸ਼ਟ ਹੋ ਜਾਏਗੀ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕਹਿੰਦੇ ਉਹਨਾਂ ਦੇ ਪਿਤਾ ਕਲਿਆਣ ਦਾਸ ਜੀ ਬਜ਼ੁਰਗ ਹੋ ਗਏ ਨਾ, ਬਸ ਇਹ ਕਹਿ ਕੇ ਸਮਾਪਤੀ, ਜਦੋਂ ਉਹ ਬਜ਼ੁਰਗ ਹੋ ਗਏ ਨਾ ਤੇ ਇੱਕ ਦਿਨ ਪਿਤਾ ਕਲਿਆਣ ਦਾਸ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਆਏ ਤੇ ਆ ਕੇ ਉਹਨਾਂ ਨੇ ਝੋਲੀ ਫੈਲਾ ਲਈ। ਕਿਉਂਕਿ ਸ਼ੁਰੂ 'ਚ ਰੱਬ ਨੇ ਮਾਂ ਬਾਪ ਨੂੰ ਅੱਖ ਨਹੀਂ ਸੀ ਦਿੱਤੀ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਪਹਿਚਾਣ ਕਰ ਸਕਦੇ। ਪਰ ਜਦੋਂ ਅਖੀਰਲੇ ਦਿਨਾਂ 'ਚ ਜਦੋਂ ਬਜ਼ੁਰਗੀ ਆ ਗਈ ਕਲਿਆਣ ਦਾਸ ਜੀ ਦੇ ਉੱਪਰ, ਤਾਂ ਉਹਨਾਂ ਨੇ ਇੱਕ ਦਿਨ ਆ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਸਾਹਮਣੇ ਝੋਲੀ ਫੈਲਾ ਲਈ ਤੇ ਝੋਲੀ ਫੈਲਾ ਕੇ ਕਹਿਣ ਲੱਗੇ, ਨਾਨਕ ਬੇਟਾ, ਕਿ ਜਿਹੜੀ ਦਾਤ ਤੂੰ ਜੋਗੀਆਂ ਤੇ ਜੰਗਮਾਂ ਦੀ ਝੋਲੀ 'ਚ ਪਾਈ, ਜਿਹੜੀ ਤੂੰ ਪੰਡਤਾਂ ਤੇ ਵਿਦਵਾਨਾਂ ਦੀ ਝੋਲੀ 'ਚ ਪਾਈ, ਜਿਹੜੀ ਕਾਜ਼ੀਆਂ ਤੇ ਮੁੱਲਾਂ ਦੀ ਝੋਲੀਆਂ 'ਚ ਤੂੰ ਦਾਤਾਂ ਪਾਈਆਂ, ਕਹਿੰਦੇ ਤੂੰ ਉਹਨਾਂ ਦੀਆਂ ਝੋਲੀਆਂ ਤਾਂ ਭਰ ਦਿੱਤੀਆਂ, ਮੈਂ ਤਾਂ ਤੇਰਾ ਬਾਪ ਹਾਂ,
ਤੇ ਮੈਂ ਖਾਲੀ ਰਹਿ ਜਾਵਾਂ, ਮੇਤੋਂ ਕਹਿੰਦੇ ਅਨਭਾਗਾ ਕੌਣ ਹੋਏਗਾ, ਮੇਤੋਂ ਬੁਰੇ ਭਾਗਾਂ ਵਾਲਾ ਕੌਣ ਹੋਏਗਾ। ਬੇਟਾ ਮੈਂ ਤੇਰੇ ਅੱਗੇ ਹੱਥ ਜੋੜਦਾ, ਮੇਰੀ ਝੋਲੀ ਵੀ ਭਰ ਦੇ। ਉੱਥੇ ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬਚਨ ਆਖੇ ਸਨ, ਕਹਿੰਦੇ ਬਾਪੂ ਇੱਕ ਗੱਲ ਦਾ ਧਿਆਨ ਰੱਖੀ, ਕਹਿੰਦੇ ਬਸ ਇਹ ਸਮਝ ਜਿਹੜਾ ਮਨ ਹੈ ਕਹਿੰਦੇ ਇਹ ਪਾਣੀ ਦੀ ਤਰ੍ਹਾਂ ਹੈ, ਕਹਿੰਦੇ ਇਹ ਬਰਫ਼ ਦੀ ਤਰ੍ਹਾਂ ਹੈ। ਕਹਿੰਦੇ ਬਾਪੂ ਹੁਣ ਥੋੜਾ ਜਿਹਾ ਅੱਗੇ ਖਿਆਲ ਕਰੀ ਚੱਲੀ, ਮੈਂ ਬੋਲਾਂਗਾ ਤੂੰ ਖਿਆਲ ਕਰੀ ਚੱਲੀ। ਮੈਂ ਬੇਨਤੀ ਕਰਾਂ ਤੁਸੀਂ ਵੀ ਖਿਆਲ ਕਰੀ ਜਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਇਹ ਜਿਹੜਾ ਮਨ ਹੈ ਕਹਿੰਦੇ ਇਹ ਬਰਫ਼ ਦੀ ਤਰ੍ਹਾਂ ਹੈ, ਤੇ ਕਹਿੰਦੇ ਬਰਫ਼ ਦਾ ਕੰਮ ਹੈ ਪਿਘਲਣਾ, ਤੇ ਕਹਿੰਦੇ ਮਨ ਦਾ ਕੰਮ ਹੈ ਉਹਦੇ ਵਿੱਚੋਂ ਫੁਰਨੇ ਨਿਕਲਣੇ। ਕਹਿੰਦੇ ਜੇਕਰ ਬਰਫ਼ ਨੂੰ ਨਾ ਸੰਭਾਲਿਆ ਜਾਵੇ, ਕਹਿੰਦੇ ਇੱਕ ਬੂੰਦ ਕਿਤੇ ਗਿਰ ਜਾਂਦੀ ਹੈ, ਇੱਕ ਬੂੰਦ ਕਿਤੇ ਗਿਰ ਜਾਂਦੀ ਹੈ, ਇੱਕ ਬੂੰਦ ਕਿਤੇ ਗਿਰ ਜਾਂਦੀ ਹੈ, ਸਾਰੀ ਬਰਫ਼ ਖਤਮ ਹੋ ਜਾਂਦੀ ਹੈ, ਬਣਦਾ ਕੁਝ ਵੀ ਨਹੀਂ। ਕਹਿੰਦੇ ਬਾਪੂ ਬਿਲਕੁਲ ਇਸੇ ਤਰ੍ਹਾਂ ਹੀ ਮਨ ਹੈ, ਕਹਿੰਦੇ ਇਹਦੇ ਵਿੱਚੋਂ ਕੋਈ ਫੁਰਨਾ ਕਿੱਧਰ ਨੂੰ ਲੈ ਗਿਆ, ਕੋਈ ਫੁਰਨਾ ਕਿੱਧਰ ਨੂੰ ਲੈ ਗਿਆ, ਕੋਈ ਫੁਰਨਾ ਕਿੱਧਰ ਨੂੰ ਲੈ ਗਿਆ, ਕਹਿੰਦੇ ਕੁਝ ਵੀ ਨਹੀਂ ਬਣੇਗਾ। ਕਹਿੰਦੇ ਇਨਸਾਨ ਦਾ ਅੰਤ ਸਮਾਂ ਆ ਜਾਏਗਾ। ਪਰ ਕਹਿੰਦੇ ਬਾਪੂ ਹੁਣ ਅਗਲੀ ਗੱਲ ਦਾ ਧਿਆਨ ਕਰ, ਕਹਿੰਦੇ ਮੇਰੇ ਕੋਲ ਹੋਵੇ ਬਰਫ਼ ਦਾ ਡਲਾ, ਤੇ ਕਹਿੰਦੇ 2 ਬਰਤਨਾਂ 'ਚ ਪਾਣੀ ਪਿਆ ਹੋਵੇ, ਕਹਿੰਦੇ ਇੱਕ ਦੇ ਵਿੱਚ ਕਹਿੰਦੇ ਸਾਫ਼ ਪਾਣੀ ਪਿਆ ਹੋਵੇ, ਇੱਕ 'ਚ ਗੰਦਾ ਪਾਣੀ ਪਿਆ ਹੋਵੇ। ਕਹਿੰਦੇ ਬਾਪੂ ਜੇਕਰ ਉਸ ਬਰਫ਼ ਦੇ ਡਲੇ ਨੂੰ ਗੰਦੇ ਪਾਣੀ 'ਚ ਪਾ ਦਿਓ, ਕਹਿੰਦੇ ਬਾਪੂ ਦੱਸ ਬਣੇਗਾ ਕੀ। ਕਹਿੰਦੇ ਉਹ ਪਿਘਲ ਕੇ ਪਿਘਲ ਕੇ ਪਿਘਲ ਕੇ ਗੰਦੇ ਪਾਣੀ ਦਾ ਰੂਪ ਬਣ ਜਾਏਗਾ, ਕੀੜਿਆਂ ਵਾਲੇ ਪਾਣੀ ਦਾ ਰੂਪ ਬਣ ਜਾਏਗਾ। ਪਰ ਕਹਿੰਦੇ ਬਾਪੂ ਜੇਕਰ ਉਸੇ ਹੀ ਬਰਫ਼ ਦੇ ਡਲੇ ਨੂੰ ਖੁਸ਼ਬੂਦਾਰ ਪਾਣੀ 'ਚ ਪਾ ਦਿਓ, ਨਿਰਮਲ ਪਾਣੀ 'ਚ ਪਾ ਦਿਓ, ਸਾਫ਼ ਪਾਣੀ 'ਚ ਪਾ ਦਿਓ, ਫਿਰ ਕੀ ਬਣੇਗਾ। ਕਹਿੰਦੇ ਉਹੀ ਬਰਫ਼ ਦਾ ਡਲਾ ਪਿਘਲ ਪਿਘਲ ਕੇ ਕਹਿੰਦੇ ਸਾਫ਼ ਪਾਣੀ ਦਾ ਰੂਪ ਬਣ ਜਾਏਗਾ, ਨਿਰਮਲ ਪਾਣੀ ਦਾ ਰੂਪ ਬਣ ਜਾਏਗਾ। ਮੇਰੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਹਿੰਦੇ ਬਾਪੂ ਬਸ ਇਹੀ ਸਾਧਨ ਹੈ ਕਿ ਜਦੋਂ ਮਨ ਨੂੰ ਕੁਸੰਗਤ, ਕਹਿੰਦੇ ਇੱਕ ਸਾਧਨ ਹੈ ਕਿ ਜਿੱਥੇ ਜਾ ਕੇ ਕਹਿੰਦੇ ਮਨ ਵਿਕਾਰਾਂ ਵਿੱਚ ਗਲਤਾਨ ਹੋ ਜਾਂਦਾ ਹੈ ਤੇ ਡੁੱਬਣ ਦੀਆਂ ਤਿਆਰੀਆਂ ਹੋ ਜਾਂਦੀਆਂ ਹਨ, ਮਨ ਬਦਬੂਦਾਰ ਹੋ ਜਾਂਦਾ ਹੈ, ਮਨ ਗੰਦਾ ਹੋ ਜਾਂਦਾ ਹੈ। ਕਹਿੰਦੇ ਜੇਕਰ ਇਸੇ ਮਨ ਨੂੰ ਇਸ ਸਤ ਸੰਗਤ ਵਿੱਚ ਪਾ ਦਈਏ ਤਾਂ ਕਹਿੰਦੇ ਉਹੀ ਮਨ ਖੁਸ਼ਬੂਦਾਰ ਹੋ ਜਾਂਦਾ ਹੈ, ਉਹੀ ਕਹਿੰਦੇ ਫਿਰ ਇੱਕ ਦਿਨ ਸੰਤ ਬਣ ਜਾਂਦਾ ਹੈ, ਉਹੀ ਭਗਤ ਬਣ ਜਾਂਦਾ ਹੈ, ਉਹੀ ਸੰਤ ਬਣ ਜਾਂਦਾ ਹੈ। ਸਤ ਸੰਗੀ ਜਨੋ ਸਾਨੂੰ ਬਾਣੀ ਕਾਹਦੇ ਵਾਸਤੇ ਮਿਲੀ? ਇਹ ਬਾਣੀ ਮਿਲੀ ਪੜ੍ਹਨ ਵਾਸਤੇ, ਇਹ ਬਾਣੀ ਮਿਲੀ ਵਿਚਾਰਨ ਵਾਸਤੇ, ਇਹ ਬਾਣੀ ਮਿਲੀ ਆਪਣੇ ਅੰਦਰ ਵਸਾਉਣ ਵਾਸਤੇ। ਮੈਂ ਬੇਨਤੀ ਕਰਾਂ ਬਾਣੀ ਪੜ੍ਹਿਆਂ ਤੋਂ ਬਾਣੀ ਅੰਦਰ ਧਸਦੀ ਹੈ, ਬਾਣੀ ਵਿਚਾਰਿਆਂ ਤੋਂ ਬਾਣੀ ਅੰਦਰ ਸਤ ਸੰਗੀ ਜਨੋ ਵਸਦੀ ਹੈ, ਬਾਣੀ ਉੱਪਰ ਚੱਲਿਆਂ ਤੋਂ ਬਾਣੀ ਇਹਦੇ ਅੰਦਰ ਰਸਦੀ ਹੈ। ਜਦੋਂ ਬਾਣੀ ਇਹਦੇ ਅੰਦਰ ਰਸਦੀ ਹੈ ਫਿਰ ਮੈਂ ਸੱਚ ਆਖਾਂ ਇਹਦੀ ਪਸ਼ੂ ਮੂਰਤ ਨਸਦੀ ਹੈ ਤੇ ਰੱਬ ਮੂਰਤ ਇਸ ਦੀ ਦਿਸਦੀ ਹੈ। ਮੇਰੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਬਚਨ, ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਕਹਿੰਦੇ ਮਨ ਹਰਜੀ ਤੇਰੇ ਨਾਲ ਹੈ, ਕਹਿੰਦੇ ਪਰਮਾਤਮਾ ਤੇਰੇ ਨਾਲ ਹੈ, ਪਰ ਕਹਿੰਦੇ ਗੁਰਮਤੀ ਰੰਗ ਮਾਣ। ਕਹਿੰਦੇ ਜਦੋਂ ਗੁਰੂ ਦੀ ਮੱਤ ਆਪਣੇ ਜੀਵਨ 'ਚ ਲਿਆਏਗਾ ਕਹਿੰਦੇ ਫਿਰ ਹੀ ਇਹ ਰੰਗ ਮਾਣ ਸਕੇਗਾ ਜਿਹਦੀ ਆਪਾਂ ਵਿਚਾਰ ਕੀਤੀ ਹੈ। ਗੁਰੂ ਪਾਤਸ਼ਾਹ ਦੇ ਚਰਨ 'ਚ ਇਹੀ ਅਰਦਾਸ ਹੈ, ਜਦੋਂ ਫਿਰ ਉਹ ਰੰਗ ਮਾਣਿਆ ਜਾਂਦਾ ਫਿਰ ਕਬੀਰ ਜੀ ਵਰਗੇ ਕਹਿ ਉੱਠੇ ਮਨ ਕੀ ਹੈ। ਕਹਿੰਦੇ ਐ ਪਿਆਰਿਓ ਇੱਕ ਗੱਲ ਦਾ ਧਿਆਨ ਰੱਖਿਓ, ਕਬੀਰ ਜੀ ਕਹਿੰਦੇ ਇੱਕ ਦਿਨ ਸੀ, ਕਹਿੰਦੇ ਮੈਂ ਖੁਦਾ ਕਰਦਾ ਸੀ, ਰਾਮ ਰਾਮ ਕਰਦਾ ਸੀ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ। ਕਹਿੰਦੇ ਕੀ ਹੈ ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਜਿਹੜੇ ਆਪਾਂ ਬਚਨ ਪੜ੍ਹਦੇ ਹਾਂ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ज्योति ज्योत रली संपूर्ण थिया राम। मनुखा जीवन ताही संपूर्ण मन्निया जाएगा, ताही ये पूर्ण मन्निया जाएगा जदों आप अपने मन का चिंतन करके गुरु दे दसे हुए मार्ग ते सत्संग करके उस मार्ग ते चलांगे। फिर गुरु रहमता करता है, बख्शिशां करता है, जिस सदका सानू सारियां नू ये लोक सुखीए पर लोक सुहेले। नानक हर प्रभ आपे मेले दियां दातां रहमतां बख्शिशां आशीर्वादां प्राप्त होंदियां हन। दास जिथे कोटान शुक्र करदा ਸਾਹਿਬ श्री गुरु ग्रंथ ਸਾਹਿਬ जी ਦਾ, ਜਿਹੜੇ ਆਪਣੀ ਗੋਦ ਦੇ ਵਿੱਚ ਬਿਠਾ ਕੇ ਤੁਛ ਬੁੱਧੀ ਅਨੁਸਾਰ ਵਿਚਾਰਾਂ ਦੀ ਸਾਂਝ ਆਪ ਰੱਬ ਵਰਗੀਆਂ ਸੰਗਤਾਂ ਦੇ ਨਾਲ ਪਵਾਉਂਦੇ ਹਨ। ਉੱਥੇ ਆਪ ਰੱਬ ਵਰਗੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ।
बड़े इकागर होके बड़े समय तो आप जी बैठे हों। गुरु के चरणों च यही अरदास है कि सच्चे पातशाह इसी तरह रहमतां बख्शिशां इन्हां प्यारियां प्यारियां संगतां उपर दासरियां उपर बनाई रखनियां। नहीं तो इंसान की की औकात है कि एक छिन्न भी थोड़ी गोद च बैठ सके जिन्हां दे उपर तुसी कृपा करते हो, जिहड़े सच्चार सिख हन। जे अगली बारी ध्यान रहा, गुरु साहब ने एक सच्चार ते कुड़ियार की बड़ी सोहनी गल की है। तो ਉਹਦੇ ਵਿੱਚ ਇਹ ਗੱਲ ਕਹੀ, ਕਹਿੰਦੇ ਜਿਹੜੇ ਸੱਚਿਆਰ ਹਨ ਨਾ, ਕਹਿੰਦੇ ਉਹ ਤਾਂ ਚਾਹੁੰਦੇ ਹਨ ਕਿ ਬਸ ਗੁਰੂ ਦੀ ਗੋਦ 'ਚ ਹੀ ਬੈਠੇ ਰਹੀਏ ਜਿੰਨਾ ਚਿਰ ਸਤਸੰਗ ਹੋ ਰਿਹਾ। ਪਰ ਕਹਿੰਦੇ ਜਿਹੜੇ ਕੁੜਿਆਰੀ ਜਾਏ ਮਿਲੇ, ਕਹਿੰਦੇ ਜਿਹੜੇ ਕੁੜਿਆਰ ਹੁੰਦੇ ਹਨ ਨਾ, ਕਹਿੰਦੇ ਦੋ ਚਿਰ ਸਮਾਂ ਤੇ ਬੜੇ ਸੋਹਣੇ ਲਫ਼ਜ਼ ਵਰਤੇ ਆ। ਕਹਿੰਦੇ ਵੱਲ ਛੱਤ ਕਰਕੇ ਟੱਪੀਏ, ਕਹਿੰਦੇ ਵੱਲ ਛਲ ਕਰਕੇ ਨਾ ਜੇ ਥੋੜਾ ਮਜਬੂਰੀ 'ਚ ਬਹਿੰਦੇ ਵੀ ਹਨ, ਕਹਿੰਦੇ ਬਸ ਵੱਲ ਛਲ ਜਿਹਾ ਕਰਕੇ ਬੈਠਦੇ ਹਨ, ਅਖੀਰ 'ਚ ਉੱਠਦੇ ਹਨ ਜਾ ਕੇ ਕੁੜਿਆਰਾਂ ਕੋਲ ਬੈਠ ਜਾਂਦੇ ਹਨ, जिथे कूड़ दियां गल्लां चलदियां हन, जिथे कहते सच दियां गल्लां चलदियां नहीं हन, कहते वो च जाके बैठ जाते हैं। आपां सच्चार सिख बनना है। सच्चार सिख बैठण दे वास्ते इको एक जगह है, वो है गुरु दी गोद, वो है सत्संगत। जदों आपां सत्संग च बैठांगे फिर ही आपां सच्चार सिख बनांगे। जदों सच्चार सिख बनांगे, सच्चार सिख ही गुरु नूं परवान चढ़ता है। गुर सिख मीत चलो गुर चाली, जो गुर कहे सोई भल मानो, हर हर कथा निराली। दोबारा आप सब रब वर्गियां संगतां दा बहुत बहुत धन्यवाद, बहुत बहुत धन्यवाद। समाप्ति तो बाद सब ने लंगर छक के बाबा जी तप स्थान के दर्शन करके जिमें किसी का मन है, मैं एक बेनती कर देवां, कुछ मर्यादावां बाबा जी ने अपनी मौजूदगी दे विच बना दित्तियां सन, जो वो आप करते सन। उन्हां दे उपर भी पैरा देना, आपां ही उन्हां दे उपर पैरा देना है। जदों आपां महापुरुषां नाल जे प्यार करते हैं, जो गल्लां उन्हां ने कर दित्तियां वो ते जदों आपां पैरा देवांगे तां ही गुरु की कृपा अपने ते होएगी, तां ही महापुरुषां की कृपा अपने ते होएगी। आपां सोचिए कि महापुरुषां की कृपा ते गुरु की कृपा ते रब की कृपा तां हो जाए कि उन्हां गल्लां नूं असीं तोड़ के उन्हां नूं क्रॉस करके असीं कुछ करिए, तां फिर ना आपां नूं महापुरुषां की खुशी मिलेगी, ना आपां नूं गुरु की खुशी मिलेगी, ना परमात्मा की खुशी मिलेगी। होइयां भुल्लां दी माफ़ी दिओ, गज वज के फतेह बुलाओ। वाहिगुरू जी का खालसा, वाहिगुरू जी की फतेह।